वाहिगुरु जी का खालसा वाहिगुरु जी की फतेह। राहे मोहब्बत एपिसोड 18 एपिसोड 18 अर्पणा। सो अर्पणा ਦਾ ਅੱਜ ਜੋ ਆਪਾਂ ਸਬਜੈਕਟ ਵਿਚਾਰ ਕਰਨੀ ਹੈ, ਜਿਹਨੂੰ ਆਪਾਂ ਸਿੱਧੇ ਪੱਧਰੇ ਸ਼ਬਦਾਂ ਵਿੱਚ ਸਬਮਿਸ਼ਨ ਕਹਿ ਸਕਦੇ ਹਾਂ, ਆਪਣੇ ਆਪ ਨੂੰ ਸਬਮਿਟ ਕਰਨਾ। ਤੇ ਇਹ ਟਾਈਟਲ ਜਿਹੜਾ ਹੈ, ਇਹਦੇ ਵਿੱਚ ਆਪਾਂ ਕੁਝ ਕੁ ਜਿਹੜੇ ਸਬਜੈਕਟਸ ਹਨ ਜਾਂ ਟੌਪਿਕਸ ਹਨ ਜਿਨ੍ਹਾਂ ਨੂੰ ਆਪਾਂ ਵਿਚਾਰਨਾ ਹੈ, ਤਾਂ ਕਰਕੇ ਅਰਪਣਾ ਜਿਹੜਾ ਹੈ ਇਹ ਸ਼ਬਦ ਆਪਾਂ ਨੂੰ ਸਮਝ ਪੈ ਸਕੇ। ਪਹਿਲੀ ਗੱਲ ਹੈ ਕਿ ਅਰਪਣਾ ਦਾ ਡੈਫੀਨੇਸ਼ਨ ਕੀ ਹੈ, ਸਿਨੋਨਿਮ ਵਰਡਸ ਕੀ ਹਨ, ਰਲਦੇ ਮਿਲਦੇ ਜਿਹੜੇ ਹੋਰ ਲਫ਼ਜ਼ ਹਨ ਕਿਹੜੇ ਹਨ, ਤੇ ਅੱਗੇ ਜਿਹੜਾ ਹੈ ਕਿੰਨੇ ਤਰ੍ਹਾਂ ਦੀ ਅਰਪਣਾ ਹੁੰਦੀ ਹੈ, ਜਿਹੜਾ ਕੀ ਕੁਝ ਤੁਸੀਂ ਦੇ ਸਕਦੇ ਹੋ। ਤੇ ਫਿਰ ਇਹਨਾਂ ਦੇ ਵਿੱਚ ਹੀ ਜਿਹੜੇ ਹਨ ਤਿੰਨ ਛੋਟੇ ਟਾਈਟਲ ਆ ਜਾਂਦੇ ਹਨ, ਮਨ, ਤਨ ਤੇ ਧਨ। ਇਹ ਤਿੰਨ ਚੀਜ਼ਾਂ ਆਪਾਂ ਗੁਰੂ ਦੇ ਅਰਪਣ ਕਰਨੀਆਂ ਹਨ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਾਂ ਸਾਖੀ, ਸਾਕਾ ਨਨਕਾਣਾ ਸਾਹਿਬ ਜੀ ਦੀ, ਤੇ ਫਿਰ ਅੱਗੇ ਅਰਪਣਾ ਤੇ ਸੇਵਾ। ਹੁਣ ਅਰਪਣ ਕਰਕੇ ਅੱਗੇ ਸਿੱਖ ਨੇ ਕੀ ਕਰਨਾ ਹੈ, ਸੇਵਾ ਕਰਨੀ ਹੈ। ਜਿਸ ਤਰ੍ਹਾਂ ਆਪਾਂ ਅੱਗੇ ਵੀ ਟੌਪਿਕਸ ਲਏ ਹਨ, ਭਗਤੀ ਦਾ, ਭਗਤੀ ਕਰਕੇ ਸੇਵਾ ਕਰਨੀ, ਨਾਮ ਜਪ ਕੇ ਸੇਵਾ ਕਰਨੀ। ਸੋ ਇਹ ਸਾਰੇ ਜਿਹੜੇ ਹਨ ਸੇਵਾ ਨਾਲ ਜੁੜਦੇ ਹਨ। ਅੱਗੇ ਜਿਹੜਾ ਹੈ ਅਰਪਣ ਕਰਕੇ ਆਪਾਂ ਨੂੰ ਪ੍ਰਾਪਤ ਕੀ ਹੁੰਦਾ ਹੈ। ਦੇਖੋ ਨਾ, ਤੁਸੀਂ ਕੁਝ ਦੇ ਰਹੇ ਹੋ ਤੇ ਤੁਹਾਨੂੰ ਵਾਪਸ ਕੀ ਮਿਲਣਾ ਹੈ, ਕੀ ਮਿਲੇਗਾ ਤੁਹਾਨੂੰ ਉਹਦੀ ਵਾਪਸੀ ਦੇ ਵਿੱਚ, what will you get in return। ਸੋ ਫਿਰ ਆਪਣੇ ਆਪ ਨੂੰ ਸਮਝਾਉਣਾ ਕਿਵੇਂ, ਕਿਹੜੀ ਸਿੱਖਿਆ ਆਪਾਂ ਆਪਣੇ ਆਪ ਨੂੰ ਦੇਣੀ ਹੈ ਜਿਹੜੀ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਹੈ। ਫਿਰ ਅਖੀਰ ਤੇ ਆਪਾਂ ਇਹਦਾ ਕਨਕਲੂਜਨ ਕਰਨਾ ਹੈ ਤੇ ਇਹ ਫੈਸਲੇ ਤੇ ਆਪਾਂ ਆਉਣਾ ਹੈ ਕਿ ਅਰਪਣ ਕਰਨ ਵਾਸਤੇ ਆਪਾਂ ਨੂੰ ਕਿਹੜੇ ਕਿਹੜੇ ਗੁਣ ਚਾਹੀਦੇ ਨੇ, ਕੀ ਅਰਪਣ ਕਰਨਾ ਹੈ, ਅਰਪਣ ਕਰਕੇ ਆਪਣੀ ਮਨ ਦੀ ਹਾਲਾਤ ਕੈਸੀ ਹੋਣੀ ਚਾਹੀਦੀ ਹੈ। ਸੋ ਇਹ ਸਾਰੀਆਂ ਗੱਲਾਂ ਇੱਥੇ ਆਪਾਂ ਵਿਚਾਰਾਂਗੇ। ਸਭ ਤੋਂ ਪਹਿਲਾਂ ਡੈਫੀਨੇਸ਼ਨ ਜਿਹੜਾ ਹੈ ਅਰਪਣਾ, ਵੀ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ, ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ, ਆਪਣੇ ਆਪ ਨੂੰ ਗੁਰੂ ਦੇ ਕਦਮਾਂ ਤੋਂ ਵਾਰੇ ਜਾਣਾ, ਜਿਵੇਂ ਕਹਿੰਦੇ ਵਾਰਨਾ। ਸੋ ਆਪਣੇ ਆਪ ਨੂੰ ਵਾਰ ਦੇਣਾ, ਆਪਣੇ ਆਪ ਨੂੰ ਖਤਮ ਕਰ ਦੇਣਾ। ਤੂੰ ਜਿਹੜਾ ਹੈ ਨਾ ਆਪਣੇ ਆਪ ਨੂੰ ਖਤਮ ਕਰਕੇ ਗੁਰੂ ਨੂੰ ਪ੍ਰਗਟ ਕਰਨਾ ਹੈ। ਤੇ ਦੂਜੀ ਗੱਲ ਹੈ, ਜਦੋਂ ਕਿ ਕੋਈ ਕੁਝ ਦਿੰਦਾ ਹੈ ਤਾਂ ਆਸ ਤਾਂ ਇਹੀ ਹੁੰਦੀ ਹੈ ਨਾ ਵੀ ਉਹ ਤੋਂ ਵੱਧ ਮੈਨੂੰ ਮਿਲੇਗਾ। ਸੋ ਕੀ ਵੱਧ ਮਿਲੇਗਾ, ਕੀ ਵੱਧ ਆਪਾਂ ਨੂੰ ਮਿਲ ਸਕਦਾ ਹੈ, what will you get in return which is greater than what you have given away। ਸੋ ਉਹ ਜਿਹੜਾ ਹਨ, ਇਹ ਦੂਜੀ ਗੱਲ ਹੈ ਡੈਫੀਨੇਸ਼ਨ ਦੇ ਵਿੱਚ ਆਉਂਦੀ। ਤੀਜੀ ਗੱਲ ਹੈ ਸਿੱਖੀ ਦੇ ਵਿੱਚ ਆਪਾਂ ਮਨ, that means your mind, your ਤਨ, your ਸਰੀਰ, your body, and the third thing is your wealth, ਧਨ। ਇਹ ਤਿੰਨ ਚੀਜ਼ਾਂ ਤੁਸੀਂ ਅਰਪਣ ਕਰਨੀਆਂ ਹਨ ਗੁਰੂ ਨੂੰ। ਇਹ ਸਭ ਕੁਝ ਤੁਸੀਂ ਗੁਰੂ ਦਾ ਸਮਝਣਾ ਹੈ, ਆਪਣਾ ਨਹੀਂ ਸਮਝਣਾ, ਕਿਉਂਕਿ ਇਹ ਸਭ ਕੁਝ ਤੁਹਾਨੂੰ ਜਨਮ ਵੇਲੇ ਨਹੀਂ ਮਿਲਿਆ। You didn't brought it along during your birth. It's not your birth right to have it, no। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਸੰਸਾਰ ਵਿੱਚ ਮਿਲੀਆਂ ਨੇ। ਪਰ ਜਦੋਂ ਦੇਖੋ ਨਾ, there's one thing about business, it's one thing about wealth in this world, that you have to spend a wealth to gain something else. So it's always a trade that you do in your life. So in the same manner, ਕੀ ਟ੍ਰੇਡ ਕਰਨਾ ਹੈ ਤੁਸੀਂ ਆਪਣੇ ਮਨ ਦਾ, ਮਨ ਨੂੰ ਦੇ ਕੇ ਤੁਸੀਂ ਗੁਰੂ ਤੋਂ ਕੀ ਲੈਣਾ, ਆਪਣਾ ਸਰੀਰ ਦੇ ਕੇ ਗੁਰੂ ਨੂੰ, ਗੁਰੂ ਤੁਹਾਨੂੰ ਕੀ ਦੇਵੇਗਾ, ਆਪਣਾ ਤਨ ਵੈਲਥ ਦੇ ਕੇ ਗੁਰੂ ਨੂੰ, ਗੁਰੂ ਵਾਪਸ ਤੁਹਾਨੂੰ ਕੀ ਦੇਵੇਗਾ। ਸੋ ਦੈਟ ਇਜ਼ ਵਨ ਥਿੰਗ ਵੀ ਨੀਡ ਟੂ ਅੰਡਰਸਟੈਂਡ। ਸੋ ਅਗਲੀ ਗੱਲ ਜਿਹੜੀ ਹੈ, ਜਦੋਂ ਹਰ ਇੱਕ ਚੀਜ਼ ਸਿੱਖ ਦੀ, ਸਿੱਖ ਹਮੇਸ਼ਾ ਗੁਰੂ ਨੂੰ ਅਰਪਣ ਕਰਕੇ ਤੇ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ, ਤੇ ਗੁਰੂ ਦੇ ਭਾਣੇ ਵਿੱਚ ਰਹਿਣਾ ਹੈ, ਸਭ ਕੁਝ ਗੁਰੂ ਦਾ ਸਮਝ ਕੇ ਗੁਰੂ ਦੇ ਭਾਣੇ ਵਿੱਚ ਰਹਿਣਾ। ਸੋ ਅਗਲਾ ਜਿਹੜਾ ਹੈ, ਕਹਿੰਦੇ ਦੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 1699 ਦੇ ਵਿੱਚ ਨਾ, ਜਦੋਂ ਅੰਮ੍ਰਿਤ ਦਾ ਬਾਟਾ ਮਹਾਰਾਜ ਨੇ ਤਿਆਰ ਕਰਨਾ ਸੀ ਨਾ, ਜਦੋਂ ਮਹਾਰਾਜ ਨੇ ਚਰਨ ਪਹੁਲ ਦੀ ਜਿਹੜੀ ਮਰਿਆਦਾ ਸੀ ਨਾ, ਗੁਰੂ ਨਾਨਕ ਦੇ ਸਮੇਂ ਤੋਂ ਸ਼ੁਰੂ ਹੋਈ ਅੰਟਿਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ, ਮਹਾਰਾਜ ਨੇ ਉਹ ਚਰਨ ਪਹੁਲ ਦੀ ਜਿਹੜੀ ਮਰਿਆਦਾ ਨੂੰ ਬਦਲ ਕੇ ਖੰਡੇ ਬਾਟੇ ਦਾ ਅੰਮ੍ਰਿਤ ਬਣਾਉਣਾ ਸੀ ਨਾ, ਮਹਾਰਾਜ ਨੇ ਟੈਸਟ ਲਿਆ। ਪਹਿਲਾਂ ਤਾਂ ਜਿਹੜਾ ਹਨ ਰਿਲੀਜੀਅਸ ਲੀਡਰਸ ਦਾ ਲਿਆ, ਬ੍ਰਾਹਮਣਾਂ ਦਾ ਲਿਆ, ਖੱਤਰੀਆਂ ਦਾ ਟੈਸਟ ਲਿਆ, ਫਿਰ ਮਹਾਰਾਜ ਨੇ ਰਾਜਿਆਂ ਦਾ ਲਿਆ, ਧਨੀਆਂ ਦਾ ਲਿਆ। ਮਹਾਰਾਜ ਨੇ ਹਰ ਇੱਕ ਨੂੰ ਟੈਸਟ ਕੀਤਾ ਵੀ ਇਹ ਖੰਡੇ ਦਾ ਬਾਟੇ ਦਾ ਅੰਮ੍ਰਿਤ ਕਿਹਨੂੰ ਦਿੱਤਾ ਜਾਵੇ। ਅਖੀਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਫੈਸਲਾ ਕੀਤਾ ਕਿ ਇਹ ਮੈਂ ਆਪਣੇ ਸਿੱਖਾਂ ਨੂੰ ਦੇਣਾ ਹੈ। ਤੇ ਸਿੱਖਾਂ ਨੂੰ ਵੀ ਦੇਣਾ ਕਿਵੇਂ ਦੇਣਾ ਹੈ, ਕਹਿੰਦੇ ਇਹ ਮਿਲੇਗਾ ਅੰਮ੍ਰਿਤ ਸਿਰ ਦੇ ਬਦਲੇ। ਯੂ ਹੈਵ ਟੂ ਗਿਵ ਯੋਰ ਹੈਡ ਟੂ ਦ ਗੁਰੂ। ਹਾਂਜੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ।
ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਸਿਰ ਦੇ ਕੇ ਫਿਰ ਮਹਾਰਾਜ ਨੇ ਕਹਿੰਦੇ ਮੈਂ ਅੰਮ੍ਰਿਤ ਦੇਣਾ ਹੈ। ਇਸੇ ਪ੍ਰਕਾਰ ਭਾਈ ਦਇਆ ਰਾਮ ਜੀ ਆਏ, ਭਾਈ ਧਰਮਚੰਦ ਜੀ ਆਏ, ਭਾਈ ਹਿੰਮਤ ਚੰਦ ਜੀ ਆਏ, ਭਾਈ ਮੋਹਕਮ ਚੰਦ ਜੀ ਆਏ ਤੇ ਭਾਈ ਸਾਹਿਬ ਚੰਦ ਜੀ ਆਏ। ਉਹਨਾਂ ਨੇ ਵਾਰੀ-ਵਾਰੀ ਆ ਕੇ ਆਪਣੇ ਸੀਸ ਦਿੱਤੇ। ਨਾਓ ਦ ਥਿੰਗ ਇਜ਼, ਸਿਰ ਦੇ ਬਦਲੇ ਅੰਮ੍ਰਿਤ ਮਿਲਿਆ। ਇਹ ਮਹਾਰਾਜ ਨੇ ਕੋਈ ਇੱਥੇ ਕੋਈ ਗੱਲ ਨਹੀਂ ਕੀਤੀ। ਮਹਾਰਾਜ ਸੱਚਮੁੱਚ ਸਿਰ ਵੱਡੇ ਨੇ, ਵੱਢ ਕੇ ਮਹਾਰਾਜ ਨੇ ਫਿਰ ਅੰਮ੍ਰਿਤ ਦਿੱਤਾ। ਸੋ ਇੱਥੇ ਜਿਹੜੀ ਹੈ ਦੇਖੋ ਅਰਪਣਾ ਕੀ ਹੈ। ਜਿਹੜਾ ਸਿੱਖ ਆਪਣੇ ਆਪ ਨੂੰ ਅਰਪਣ ਕਰਦਾ ਹੈ, ਗੁਰੂ ਉਹਨੂੰ ਕੀ ਦਿੰਦਾ ਹੈ? ਗੁਰੂ ਨੇ ਆਪਣਾ ਸਰੂਪ ਉਹਨਾਂ ਨੂੰ ਦਿੱਤਾ। ਗੁਰੂ ਨੇ ਉਹੀ ਸਰੂਪ ਦਿੱਤਾ, ਆਪਣੇ ਵਾਲਾ ਨਾਮ ਦਿੱਤਾ ਉਹਨਾਂ ਨੂੰ, ਆਪਣੇ ਵਾਲੀ ਵਡਿਆਈ ਦਿੱਤੀ, ਆਪਣੇ ਵਰਗੀ ਅਨਲਿਮਿਟਿਡ ਪਾਵਰਸ ਉਹਨਾਂ ਨੂੰ ਦਿੱਤੇ ਸਿੱਖਾਂ ਨੂੰ। ਕਿਉਂ? ਸਿੱਖਾਂ ਨੇ ਆਪਣਾ ਸਿਰ ਦੇ ਦਿੱਤਾ। ਸੋ ਵੈਰੀ ਇੰਪੋਰਟੈਂਟ, ਜਦੋਂ ਆਪਾਂ ਗੁਰੂ ਨੂੰ ਕੁਝ ਦਿੰਦੇ ਆ, ਗੁਰੂ ਬਹੁਤ ਵੱਡਾ ਕਰਕੇ ਆਪਾਂ ਨੂੰ ਵਾਪਸ ਦਿੰਦਾ ਹੈ। ਸੋ ਇਹਦੇ ਵਿੱਚ ਜਿਹੜੀ ਹੈ ਦੇਖੋ ਜਨਮਾਂ ਜਨਮਾਂਤਰਾਂ ਦੀ ਆਪਾਂ ਪਤਾ ਨਹੀਂ ਕਿੰਨੇ ਮਿਲੀਅਨ ਜਨਮ ਆਪਾਂ ਭੜਕਦੇ ਫਿਰਦੇ ਹਾਂ, ਕਿੱਥੇ ਕਿੱਥੇ ਆਪਾਂ ਭੜਕ ਕੇ ਪਤਾ ਨਹੀਂ ਕਿੰਨੇ ਵਾਰੀ ਜਨਮ ਤੇ ਮਰਨ ਵਿੱਚ ਫਸੇ ਹੋਏ ਆ। ਮਹਾਰਾਜ ਨੇ ਇੱਕ ਜਨਮ ਦਾ ਇੱਕ ਸਿਰ ਲੈ ਕੇ ਮਹਾਰਾਜ ਨੇ ਅੰਮ੍ਰਿਤ ਦੇ ਦਿੱਤਾ, ਛੁਟਕਾਰਾ ਦੇ ਦਿੱਤਾ ਕਿੱਡੇ ਵੱਡੇ ਦੁੱਖ ਦਾ, ਜਿਹੜਾ ਪਿੱਛੇ ਹੋ ਚੁੱਕਿਆ ਹੈ ਤੇ ਅਗਲੇ ਹੋ ਸਕਦਾ ਹੈ। ਸੋ ਆਪਾਂ ਅੱਜ ਅੰਮ੍ਰਿਤ ਨਹੀਂ ਛਕਾਂਗੇ ਤਾਂ ਅੱਗੇ ਵੀ ਆਪਣੇ ਜਨਮ ਹਜੇ ਤਿਆਰ ਆ ਨਾ। ਆਪਾਂ ਅੱਗੇ ਵੀ ਪਤਾ ਨਹੀਂ ਕਿੰਨੇ ਜਨਮ ਲਵਾਂਗੇ, ਕਿੰਨੇ ਵਾਰੀ ਮਰਾਂਗੇ, ਕਿੰਨੇ ਵਾਰੀ ਆਪਾਂ ਧਰਮਰਾਜ ਕੋਲ ਜਾਵਾਂਗੇ, ਕਿੰਨੇ ਵਾਰੀ ਆਪਣੇ ਹਿਸਾਬ ਕਿਤਾਬ ਹੋਣੇ, ਕਿੰਨੇ ਵਾਰੀ ਆਪਾਂ ਨਰਕਾਂ ਨੂੰ ਜਾਵਾਂਗੇ, ਸਵਰਗਾਂ ਨੂੰ ਜਾਵਾਂਗੇ। ਸੋ ਇਹ ਗੱਲ ਜਿਹੜੀ ਹੁੰਦੀ ਰਹਿਣੀ ਹੈ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਭਾਈ ਦਾਨਾ ਜੀ ਨੂੰ ਕਿਹਾ ਸੀ ਨਾ, ਮਹਾਰਾਜ ਨੇ ਕਿਹਾ ਸੀਗਾ ਕਿ ਜਿਹੜਾ ਮੇਰਾ ਸਿੱਖ ਅੰਮ੍ਰਿਤ ਛਕਦਾ ਨਾ, ਕਹਿੰਦੇ ਮੈਂ ਨਰਕਾਂ ਚੋਂ ਉਹਦੇ ਕੇਸਾਂ ਦੀ ਨਿਸ਼ਾਨੀ ਫੜ ਕੇ ਉਹਨੂੰ ਚੁੱਕ ਲੈਂਦਾ ਹਾਂ। ਉਹਨੇ ਦਾਨੇ ਨੇ ਕਿਹਾ ਮਹਾਰਾਜ ਮੈਂ ਕਿਹੜੇ ਨਰਕ ਦੇਖੇ ਆ? ਮਹਾਰਾਜ ਮੇਰਾ ਦਾੜਾ ਹੈਗਾ, ਦਾੜਾ ਦੇਖ ਕੇ ਖਿੱਚ ਲਿਓ। ਮਹਾਰਾਜ ਕਹਿੰਦੇ ਦੇਖਣਾ ਹੀ ਦਾਨਿਆ। ਮਹਾਰਾਜ ਨੇ ਫਿਰ ਦਾਨੇ ਨੂੰ ਦਿਖਾਇਆ ਨਰਕ ਕੀ ਹੁੰਦੇ। ਸੋ ਉੱਥੇ ਫਿਰ ਦਾਨੇ ਨੇ ਜਿਹੜਾ ਮਹਾਰਾਜ ਦੇ ਚਰਨ ਪਕੜ ਕੇ ਮਿੰਨਤਾਂ ਕਰਕੇ ਅੰਮ੍ਰਿਤ ਲਿਆ। ਸੋ ਇਹ ਜਿਹੜੀ ਗੱਲ ਹੈ ਅਰਪਣਾ ਦੇ ਵਿੱਚ ਸਭ ਤੋਂ ਪਹਿਲਾਂ ਸਿਰ ਦੇ ਕੇ ਆਪਾਂ ਨੂੰ ਸਿੱਖੀ ਮਿਲਦੀ ਹੈ। ਤੇ ਗੁਰੂ ਨਾਨਕ ਨੇ ਗੱਲ ਕਿਹਾ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਲੀ ਗਲੀ ਮੇਰੀ ਆਓ। ਹੁਣ ਅੱਗੇ ਸਿੱਖ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ? ਭਾਈ ਗੁਰਦਾਸ ਜੀ ਕਹਿੰਦੇ ਸਿੱਖ ਇੱਕ ਮਰੀ ਹੋਈ ਲੋਥ ਹੈ, ਡੈਡ ਬੋਡੀ ਹੈ ਤੇ ਉਹਦੀ ਗ੍ਰੇਵ ਪਤਾ ਕੀ ਆ? ਗੁਰੂ। ਜਿਵੇਂ ਇੱਕ ਗ੍ਰੇਵ ਦੇ ਵਿੱਚ ਤੁਸੀਂ ਇੱਕ ਡੈਡ ਬੋਡੀ ਨੂੰ ਪਾ ਦਿਓ, ਉਹ ਗ੍ਰੇਵ ਦੇ ਵਿੱਚ ਉਹ ਬੋਡੀ ਹੌਲੀ ਹੌਲੀ ਕਰਕੇ ਗਲ ਜਾਂਦੀ ਹੈ, ਉਹ ਮਿੱਟੀ ਦੀ ਮਿੱਟੀ ਬਣ ਜਾਂਦੀ ਹੈ। ਕਹਿੰਦੇ ਸਿੱਖ ਵੀ ਐਸਾ ਹੀ ਹੈ, ਸਿੱਖ ਵੀ ਇੱਕ ਡੈਡ ਬੋਡੀ ਦੀ ਤਰ੍ਹਾਂ ਹੈ। ਉਹ ਗੁਰੂ ਰੂਪੀ ਗੋੜ ਦੇ ਵਿੱਚ ਜਾ ਕੇ ਉਹ ਗੁਰੂ ਦੇ ਮਹਾਰਾਜ ਦਾ ਆਪਣਾ ਸਰੂਪ ਹੀ ਬਣ ਜਾਂਦਾ ਹੈ, ਜਿਵੇਂ ਮਿੱਟੀ ਆਪਣਾ ਸਰੂਪ ਬਣਾ ਲੈਂਦੀ ਹੈ ਇੱਕ ਡੈਡ ਬੋਡੀ ਨੂੰ। ਇਸ ਤਰ੍ਹਾਂ ਦਾ ਸਿੱਖ ਚਾਹੀਦਾ ਹੈ। ਹੁਣ ਸਿਨੋਨਿਮ ਵਰਡ ਜਿਹੜੇ ਰਲਦੇ ਮਿਲਦੇ ਵਰਡਸ ਹਨ ਅਰਪਣਾ ਦੇ। ਸੋ ਅਰਪਣ ਕਰਨਾ, ਭੇਟ ਕਰਨਾ, ਭੇਟਾ ਦੇਣੀ। ਫਿਰ ਦੂਜਾ ਹੈ ਅਰਪੋ, ਅਰਪ ਕਰਨਾ, ਦੇਣਾ। ਤਾਂ ਦੇ ਅਰਪੀਜੈ, ਅਰਪ ਜਿਹੜਾ ਹਾਂ ਅਰਪੀਜੈ, ਅਰਪ ਕਰਕੇ ਫਿਰ ਇਹ ਇੱਕ ਐਕਸ਼ਨ ਹੈ ਨਾ, ਇੱਕ ਉਹ ਬਣ ਗਿਆ। ਸੋ ਜਿਹੜਾ ਨੌਮ ਬਣ ਗਿਆ। ਫਿਰ ਵੇਚੈ, ਵੇਚ ਦੇਣਾ, ਆਪਣੇ ਮਨ ਨੂੰ ਵੇਚਣਾ ਗੁਰੂ ਦੇ ਅੱਗੇ। ਹੁਣ ਅੱਗੇ ਤਿੰਨ ਤਰ੍ਹਾਂ ਦਾ ਆਪਾਂ ਕੁਝ ਦੇ ਸਕਦੇ ਹਾਂ, ਤਨ, ਮਨ ਤੇ ਤਨ, ਬੋਡੀ। ਇਹ ਬੋਡੀ ਨੂੰ ਆਪਾਂ ਕਿਵੇਂ ਦੇਵਾਂਗੇ? ਪਹਿਲਾਂ ਤਾਂ ਅੰਮ੍ਰਿਤ ਛਕੋ, ਆਪਣਾ ਸਰੀਰ ਗੁਰੂ ਨੂੰ ਦਿਓ, ਫਿਰ ਇਹ ਸਰੀਰ ਦੇ ਨਾਲ ਸੇਵਾ ਕਰੋ, ਸੇਵਾ ਕਰੋ, ਇਸ ਸਰੀਰ ਨੂੰ ਵਰਤੋ, ਵਰਤ ਕੇ ਲੋਕਾਂ ਦਾ ਭਲਾ ਕਰੋ। ਫਿਰ ਇਹੀ ਸਰੀਰ ਨੂੰ ਜਦੋਂ ਲੋੜ ਪਈ ਮਹਾਰਾਜ ਵਾਸਤੇ, ਚੰਗਿਆਈ ਵਾਸਤੇ, ਮਹਾਰਾਜ ਦੀ ਜਿਹੜਾ ਹਨ ਫਿਰ ਕੁਰਬਾਨੀ ਵੀ ਦੇ ਦਿਓ। ਕੀ ਵੱਡੀ ਗੱਲ ਹੈ? ਕੋਈ ਗੱਲ ਨਹੀਂ। ਸੋ ਇਹ ਗੱਲ ਜਿਹੜੀ ਹੁੰਦੀ ਆ ਨਾ, ਕਈ ਵਾਰੀ ਐਸਾ ਹੁੰਦਾ ਹੈ। ਦੇਖੋ ਜਿਵੇਂ ਹੁਣ 84 ਦੇ ਵਿੱਚ ਨਾ ਮੈਂ ਜਿਹੜਾ ਹਨ ਸ਼ਹੀਦ ਭਾਈ ਅਮਰੀਕ ਸਿੰਘ ਦੀ ਜਿਹੜੀ ਵਾਈਫ ਹੈ ਨਾ, ਮੈਂ ਉਹਦੀ ਥੋੜਾ ਇੰਟਰਵਿਊ ਸੁਣ ਰਿਹਾ ਸੀਗਾ। ਉਹ ਦੱਸ ਰਹੇ ਆ ਨਾ, ਕਹਿੰਦਾ 84 ਦੇ ਵਿੱਚ ਉਹ ਅੰਦਰ ਸੀਗੇ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਇਹ ਜਿਹੜਾ ਹਨ ਆਰਮੀ ਦਾ ਅਟੈਕ ਹੋਇਆ। ਕਹਿੰਦੇ ਭਾਈ ਅਮਰੀਕ ਸਿੰਘ ਉਹਨਾਂ ਕੋਲ ਆ ਕੇ ਨਾ, ਕਹਿੰਦੇ ਕਿਤੇ ਵੀ ਬੈਠ ਕੇ ਉਹਨਾਂ ਨੇ ਗੱਲ ਨਹੀਂ ਕੀਤੀ ਸੀਗੀ ਆਪਣੀ ਘਰਵਾਲੀ ਦੇ ਨਾਲ ਜਾਂ ਫੈਮਿਲੀ ਨਾਲ। ਉਹਨਾਂ ਨੂੰ ਟਾਈਮ ਨਹੀਂ ਲੱਗਦਾ ਸੀ, ਬਹੁਤ ਬਿਜ਼ੀ ਹੋਇਆ ਕਰਦੇ ਸੀਗੇ। ਪਰ ਕਹਿੰਦੇ ਇੱਕ ਦਿਨ ਉਹਨਾਂ ਦੇ ਸ਼ਹੀਦੀ ਤੋਂ ਪਹਿਲਾਂ ਨਾ, ਕਹਿੰਦੇ ਉਹਨਾਂ ਨੇ ਆ ਕੇ ਗੱਲਾਂ ਕੀਤੀਆਂ। ਕਿਉਂਕਿ ਆਪਣੀ ਵਾਈਫ ਨੂੰ ਕਹਿੰਦੇ ਦੇਖ ਤੈਨੂੰ ਇਹ ਕਰਨਾ ਪਵੇਗਾ, ਤੂੰ ਇਹ ਕਰੀ, ਬੱਚਿਆਂ ਨੂੰ ਪੜ੍ਹਾਉਣਾ ਹੈ, ਬੱਚਿਆਂ ਨੂੰ ਸਿੱਖੀ ਵਿੱਚ ਲਾਉਣਾ ਹੈ। ਦ ਓਨਲੀ ਥਿੰਗ ਉਹਨਾਂ ਨੇ ਦੱਸਿਆ, ਕਹਿੰਦੇ ਮੇਰੇ ਬੱਚਿਆਂ ਵਿੱਚ ਸਿੱਖੀ ਰਹਿ ਜਾ, ਮੇਰੇ ਜਿਹੜੀ ਜਨਰੇਸ਼ਨ 'ਚ ਵੀ ਮੈਂ ਇੱਕੋ ਗੱਲ ਮੰਗਦਾ ਹੈ ਵੀ ਸਿੱਖੀ ਰਹਿ ਜਾਵੇ। ਮੈਂ ਇਹ ਨਹੀਂ ਕਹਿੰਦਾ ਵੀ ਧਨੀ ਹੋਣ ਜਾਂ ਕੁਛ ਹੋਣ, ਨਹੀਂ, ਮੈਨੂੰ ਸਿੱਖੀ ਚਾਹੀਦੀ ਹੈ। ਕਹਿੰਦੇ ਇੰਨਾ ਤੂੰ ਮੇਰੇ ਬੱਚਿਆਂ ਵਿੱਚ ਸਿੱਖੀ ਜ਼ਰੂਰ ਰੱਖਦੀ। ਤੇ ਉਹਨੇ ਬਹੁਤ ਗੱਲਾਂ ਦੱਸੀਆਂ। ਕਹਿੰਦੇ ਆਪਣਾ ਕਰਜ਼ਾ, ਇਹਨੂੰ ਪੈਸੇ ਦੇਣੇ ਆ, ਤੁਸੀਂ ਇਹਨਾਂ ਨੂੰ ਪੈਸੇ ਦੇ ਦਿਓ, ਇਹ ਦੇ ਦਿਓ, ਸਭ ਕੁਛ। ਇਹਨਾਂ ਦੀ ਘਰਵਾਲੀ ਨੇ ਇੱਕੋ ਸਵਾਲ ਪੁੱਛਿਆ, ਕਹਿੰਦੀ ਮੇਰੇ ਤੋਂ ਇੰਨਾ ਕੁਛ ਨਹੀਂ ਹੋਣਾ, ਇੰਨੀ ਜ਼ਿੰਮੇਵਾਰੀ ਨਹੀਂ ਮੈਂ ਲੈ ਸਕਦੀ, ਮੈਂ ਇਹ ਕਰ ਨਹੀਂ ਸਕਦੀ। ਉਹ ਕਹਿੰਦੇ ਤੂੰ ਸੁਣ ਤਾਂ ਸਕਦੀ ਆ ਨਾ, ਸੁਣੇ ਲੈ। ਤੇ ਫਿਰ ਉਹਨਾਂ ਨੇ ਇਹ ਗੱਲ ਕਹੀ, ਕਹਿੰਦੀ ਪੁੱਛਿਆ ਵੀ ਅੱਗੇ ਤਾਂ ਤੁਸੀਂ ਕਿਤੇ ਨਹੀਂ ਇਹ ਗੱਲ ਕੀਤੀ, ਅੱਜ ਕਿਉਂ ਕਰ ਰਹੇ ਹੋ? ਕਹਿੰਦੇ ਸਾਡਾ ਸਮਾਂ ਨੇੜੇ ਆ ਗਿਆ, ਅਸੀਂ ਸ਼ਹੀਦ ਹੋਣਾ। ਦੇਖੋ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਸ਼ਹੀਦ ਹੋਣਾ।
कोई शक वाली गल नहीं। कहते सिख जिहड़े ने इसे तरह ही ने, वो हमेशा तैयार पर तैयार ने। ते देखो ये गल जिहड़ी है, ਉਹਦਾ ਜਿਹੜਾ ਉਹਦਾ ਲੜਕਾ ਹੈ ਤਰਲੋਚਨ, ਉਹ ਕੋਲੇ ਬੈਠਾ ਸੀ। ਉਹ ਕਹਿੰਦਾ ਦੇਖ ਲਾ ਮੈਂ ਜਿੱਥੇ ਵੀ ਜਾਂਦਾ ਮੇਰੇ ਪਿਓ ਦਾ ਨਾਂ ਪਹਿਲਾਂ ਪਹੁੰਚ ਜਾਂਦਾ ਹੋ। ਭਾਵੇਂ ਭਾਈ ਅਮਰੀਕ ਸਿੰਘ ਨੇ ਇੰਡੀਆ ਤੋਂ ਪੈਰ ਨਹੀਂ ਬਾਹਰ ਰੱਖਿਆ, ਸੰਤ ਜਰਨੈਲ ਸਿੰਘ ਨੇ ਪੈਰ ਬਾਹਰ ਨਹੀਂ ਰੱਖਿਆ, ਪਰ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਆ। ਵਾਏ? ਕਿਉਂਕਿ ਉਹਨਾਂ ਨੇ ਆਪਣਾ ਤਨ ਮਨ ਤੇ ਤਨ ਗੁਰੂ ਨੂੰ ਅਰਪ ਦਿੱਤਾ। ਉਹਨਾਂ ਵਾਸਤੇ ਸਭ ਕੁਝ ਉਹਨਾਂ ਦਾ ਗੁਰੂ ਹੈ। ਗੁਰੂ ਤੋਂ ਬਗੈਰ ਦੈਟਸ ਨਥਿੰਗ ਫॉर them। ਸੋ ਇਸੇ ਤਰ੍ਹਾਂ ਹੀ ਮਾਈਂਡ, ਆਪਾਂ ਮਾਈਂਡ ਨੂੰ ਵੀ ਗੁਰੂ ਨੂੰ ਦੇਣਾ ਹੈ। ਕਹਿੰਦੇ ਇਹ ਜਿਹੜਾ ਮਾਈਂਡ ਹੈ ਇਹਦੇ ਵਿੱਚ ਸਿਰਫ ਆਪਾਂ ਥਾਟਸ ਗੁਰਮਤਿ ਦੇ ਲੈ ਕੇ ਆਉਣੇ, ਬਾਣੀ ਦੇ ਲੈ ਕੇ ਆਉਣੇ, ਇਤਿਹਾਸ ਨੂੰ ਆਪਾਂ ਯਾਦ ਕਰਨਾ ਹੈ। ਹਮੇਸ਼ਾ ਉੱਠਣਾ ਵੀ ਅੱਜ ਮੈਂ ਕੀ ਕਰਾਂ, ਅੱਜ ਮੈਂ ਗੁਰੂ ਦੀ ਕੀ ਸੇਵਾ ਕਰ ਸਕਦਾ ਹਾਂ, ਮੈਂ ਕਿਵੇਂ ਅੱਜ ਨਾਮ ਜਪਾਂ, ਮੈਂ ਕਿਹੜੀ ਬਾਣੀ ਪੜਾਂ ਅੱਜ। ਸੋ ਇਹੀ ਖਿਆਲ ਹੋਣੇ ਚਾਹੀਦੇ ਹਮੇਸ਼ਾ ਮਨ ਦੇ ਵਿੱਚ। ਸੋ ਅੱਗੇ ਜਿਹੜਾ ਹਨ ਵੈਲਥ ਜਿਹੜਾ ਹੈ, ਹਮੇਸ਼ਾ ਇਹ ਦੁਨੀਆ ਦੀਆਂ ਜਿਹੜੇ ਦੌਲਤ ਆ ਨਾ, ਨਾਓ ਜਸਟ ਇਮੇਜਿਨ ਆਈ ਗਿਵ ਯੂ ਅ ਚੋਇਸ ਦੈਟ ਤੁਹਾਨੂੰ ਮੈਂ, ਤੁਸੀਂ ਇੱਕ ਲੋਹਾ ਮੈਨੂੰ ਦਿਓ, ਮੈਂ ਤੁਹਾਨੂੰ ਵਾਪਸ ਡਾਇਮੰਡ ਦਿੰਦਾ ਹਾਂ। ਮੇਰੇ ਖਿਆਲ ਲਾਈਨਾਂ ਲੱਗ ਜਾਣਗੀਆਂ ਲੋਕਾਂ ਦੀਆਂ। ਦਿਸ ਇਜ਼ ਐਗਜ਼ੈਕਟਲੀ ਵਾਟ ਗੁਰੂ ਡਸ। ਗੁਰੂ ਮਹਾਰਾਜ ਤੁਹਾਤੋਂ ਦੁਨੀਆ ਦੀ ਮਾਇਆ ਲੈਂਦਾ ਹੈ ਜਿਹੜੀ ਤੁਸੀਂ ਨਾਲ ਵੀ ਨਹੀਂ ਲੈ ਕੇ ਜਾਣੀ ਨੂੰ, ਟੂ ਦ ਨੈਕਸਟ ਵਰਲਡ ਇਜ਼ ਗੋਇੰ ਟੂ ਬੀ ਹੇਅਰ ਫੋਰਐਵਰ। ਬਟ ਮਹਾਰਾਜ ਟੇਕਸ ਦੈਟ ਵੈਲਥ ਐਂਡ ਇਨ ਰਿਟਰਨ ਹੀ ਗਿਵਸ ਯੂ ਮੁਕਤੀ, ਹੀ ਗਿਵਸ ਯੂ ਲਿਬਰੇਸ਼ਨ, ਹੀ ਗਿਵਸ ਯੂ ਹੈਪੀਨੈਸ, ਹੀ ਗਿਵਸ ਯੂ ਬਲਿਸ, ਹੀ ਗਿਵਸ ਯੂ ਐਵਰੀਥਿੰਗ ਦੈਟ ਯੂ ਕੈਨੋਟ ਬਾਈ ਵਿਦ ਮਨੀ। ਮਹਾਰਾਜ ਉਹ ਚੀਜ਼ ਤੁਹਾਨੂੰ ਦਿੰਦੇ ਨੇ। ਸੋ ਹੁਣ ਅੱਗੇ ਦੇਖੋ ਮਹਾਰਾਜ ਬਾਣੀ ਵਿੱਚ ਵੀ ਆਪਾਂ ਨੂੰ ਦੱਸਦੇ ਨੇ, ਤਨ ਮਨ ਧਨ ਅਰਪੋ ਸਭ ਆਪਣਾ। ਜਿਹਨੂੰ ਆਪਣਾ ਸਮਝੀ ਬੈਠੇ ਆ ਨਾ, ਕਹਿੰਦੇ ਇਹਨੂੰ ਅਰਪ ਦਿਓ ਗੁਰੂ ਅੱਗੇ, ਗੁਰੂ ਨੂੰ ਦੇ ਦਿਓ। ਕਿਉਂਕਿ ਇਹ ਮਨ ਤੇ ਤਨ ਤੁਸੀਂ ਆਪਣਾ ਸਮਝਿਆ ਹੈ ਨਾ, ਇਹਨੂੰ ਆਪਣਾ ਨਾ ਸਮਝੋ, ਇਹਨੂੰ ਦੇ ਦਿਓ ਗੁਰੂ ਨੂੰ। ਦੇ ਕੇ ਫਿਰ ਕੀ ਹੁੰਦਾ ਹੈ, ਕਹਿੰਦੇ ਫਿਰ ਮਹਾਰਾਜ ਤੁਹਾਡੇ ਕਾਰਜ ਸਵਾਰਦਾ ਹੈ ਨਾ। ਹੁਣ ਦੇਖੋ ਜਿਹੜਾ ਹਨ ਆਪਣੀ ਬੋਡੀ ਨੂੰ ਕਿਵੇਂ ਮਹਾਰਾਜ ਨੂੰ ਅਰਪਣਾ ਹੈ। ਹੁਣ ਦੇਖੋ ਜਿਹੜਾ ਭਾਈ ਗੁਰਦਾਸ ਜੀ ਆਪਣੀ 28ਵੀਂ ਵਾਰ ਦੇ ਵਿੱਚ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਇਹ ਗੱਲ ਦੱਸਦੇ ਨੇ, ਕਾਲ ਖਾਏ ਸੇਵਾ ਕਰੈ ਗੁਰ ਉਪਦੇਸ਼ ਅਵੇਸ਼ ਵਿਸਿੱਖ ਹੈ। ਕਹਿੰਦੇ ਕਿ ਕਾਲ ਖਾਏ, ਕਹਿੰਦੇ ਸਿੱਖ ਨੂੰ 10 ਨੋਹਾਂ ਦੀ ਕਿਰਤ ਕਰਨੀ ਚਾਹੀਦੀ ਹੈ, 10 ਨੋਹਾਂ ਦੇ ਨਾਲ ਕੰਮ ਕਰਨਾ ਚਾਹੀਦਾ ਹੈ, ਆਪਣੀ ਕਮਾਈ ਹੁਣ ਅਰਨਿੰਗ ਹੋਣੀ ਚਾਹੀਦੀ ਹੈ। ਫਿਰ ਕਹਿੰਦੇ ਸੇਵਾ ਕਰੇ ਉਹੀ ਹੱਥਾਂ ਨਾਲ, ਫਿਰ ਉਹ ਜਿਹੜਾ ਧਨ ਗਰੀਬਾਂ ਨੂੰ ਦਵੇ, ਗਰੀਬ ਸਿੱਖਾਂ ਦੀ ਮਦਦ ਕਰੇ, ਹੋਰ ਸਿੱਖਾਂ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਦਵੇ, ਹੱਥੀਂ ਫਿਰ ਸੇਵਾ ਵੀ ਕਰੇ। ਗੁਰੂ ਉਪਦੇਸ਼ ਮਨ ਕਰਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਵੇ, ਆਪਣੇ ਮਨ ਵਿੱਚ ਵਸਾਵੇ। ਕਹਿਣਗੇ ਵਸਿੱਖ ਹੈ, ਇਹੀ ਜਿਹੜੀ ਵੱਡੀ ਚੀਜ਼ ਹੈ, ਇਹੀ ਵੱਡੀ ਦਾਤ ਹੈ ਗੁਰੂ ਦੀ, ਜਿਹੜਾ ਕੋਈ ਐਸਾ ਕਰਦਾ ਹੈ। ਕਹਿੰਦੇ ਇਸ ਵਿੱਚ ਹੁਣ ਭਾਈ ਨੰਦ ਲਾਲ ਜੀ ਕਿੰਨਾ ਸੋਹਣਾ ਲਿਖਦੇ ਨੇ, ਬਾਦ ਬਰ ਜਿਹੜਾ ਹਨ ਮੁਰਸ਼ਦ ਤਰੀਕ ਨਿਸਾਰ। ਕਹਿਣਗੇ ਦੇਖੋ ਮੈਂ ਆਪਣੇ ਆਪ ਨੂੰ ਗੁਰੂ ਤੋਂ ਨਿਸ਼ਾਵਰ ਕਰਦਾ ਹਾਂ, ਕਹਿੰਦਾ ਮੇਰਾ ਗੁਰੂ ਸਭ ਕੁਝ ਹੈ। ਦੇਖੋ ਭਾਈ ਨੰਦ ਲਾਲ ਉਹ ਹਸਤੀ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਤੋਂ ਬਗੈਰ ਕਿਸੇ ਨੂੰ ਦੇਖਿਆ ਨਹੀਂ। ਹੀ ਹੈਵ ਨੈਵਰ ਸੀਨ ਐਨੀਬੋਡੀ ਅਦਰ ਦੈਨ ਗੁਰੂ ਗੋਬਿੰਦ ਸਿੰਘ। ਉਹਨੇ ਸਾਰਿਆਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਨੂੰ ਦੇਖਿਆ। ਐਂਡ ਹੀ ਇਜ਼ ਦ ਓਨਲੀ ਵਨ ਜਿਹਨੇ ਲਿਖਿਆ ਹੈ ਨਾ, ਮੇਰਾ ਗੁਰੂ ਨਾ ਇਹ ਸੋਚਦਾ ਹੈ, ਮੇਰਾ ਗੁਰੂ ਨਾ ਇਹ ਕਰ ਰਿਹਾ ਹੈ। ਉਹਨੇ ਗੁਰੂ ਗੋਬਿੰਦ ਸਿੰਘ ਦੇ ਇਮੋਸ਼ਨਸ ਨੂੰ ਲਿਖਿਆ, ਉਹਨੇ ਗੁਰੂ ਗੋਬਿੰਦ ਸਿੰਘ ਦੀਆਂ ਅੰਦਰ ਦੀਆਂ ਗੱਲਾਂ ਨੂੰ ਲਿਖਿਆ। ਕਿਉਂਕਿ ਜਿਹੜਾ ਆਪਣੇ ਗੁਰੂ ਨੂੰ ਹਰ ਵਾਲੇ ਦੇਖਦਾ ਹੈ ਨਾ, ਉਹਦੇ ਵਿੱਚ ਗੁਰੂ ਕਿਰਪਾ ਕਰ ਦਿੰਦਾ ਹੈ, ਉਹਨੂੰ ਆਪਣੇ ਇਮੋਸ਼ਨਸ ਵੀ ਦਿਖਾ ਦਿੰਦਾ ਹੈ। ਭਾਈ ਨੰਦ ਲਾਲ ਉਹ ਚੀਜ਼ ਹੈ ਜਿਹਨੇ ਉਹ ਸਭ ਕੁਝ ਦੇਖਿਆ ਹੈ। ਇਹੀ ਭਗਤੀ ਹੈ ਨਾ। ਸੋ ਹੁਣ ਆਪਾਂ ਇੱਕ ਸਾਖਾ ਜਿਹੜਾ ਹੋਇਆ, ਇਹ ਸਾਖਾ ਹੋਇਆ ਹੈ 21 ਫਰਵਰੀ 1921। ਤੁਕ ਮਾਤਰ ਆਪਾਂ ਇਹਦੇ ਤੇ ਚੱਲਣਾ ਹੈ। ਕਹਿੰਦੇ ਦੇਖੋ ਭਾਈ ਲక్ష్మణ ਸਿੰਘ ਨੂੰ ਪਤਾ ਲੱਗਦਾ ਹੈ ਨਾ, ਨਨਕਾਣਾ ਸਾਹਿਬ ਇਸ ਵੇ ਗੁਰੂ ਨਾਨਕ ਪਾਤਸ਼ਾਹ ਜੀ ਵਾਸ ਬੋਰਨ। ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਹ ਅਸਥਾਨ ਜਿਹੜਾ ਸੀਗਾ, ਨਰਾਇਣ ਦਾਸ ਇੱਕ ਮਹੰਤ ਸੀਗਾ, ਹੀ ਟੂ ਕੰਟਰੋਲ ਆਫ ਦ ਗੁਰਦੁਆਰਾ। ਸੋ ਵਾਟ ਹੀ ਡਿਡ ਇਜ਼ ਈਵਨ ਹੀ ਡਿਡ ਜਿਹੜਾ ਹਨ ਉਹਦੇ ਬਹੁਤ ਕੇਸਾਂ ਆਈਆਂ, ਸਿੱਖ ਗਰੀਬ ਵਿਚਾਰੇ ਆ ਕੇ ਮੱਥਾ ਟੇਕਦੇ ਨੇ, ਉਹ ਲੁੱਟ ਲੈਂਦਾ ਉਹਨਾਂ ਨੂੰ। ਇੱਕ ਵਾਰੀ ਇੱਕ ਲੜਕੀ ਦਾ ਰੇਪ ਵੀ ਉੱਥੇ ਹੋਇਆ। ਸੋ ਇਹ ਗੱਲਾਂ ਜਿਹੜੀਆਂ ਬਹੁਤ ਗਲਤ ਹੋਣ ਲੱਗ ਪਈਆਂ ਸੀ ਉੱਥੇ। ਸੋ ਕੀ ਹੋਇਆ, ਪੰਥ ਨੇ ਫੈਸਲਾ ਕੀਤਾ ਕਿ ਆਪਾਂ ਗੁਰਦੁਆਰਾ ਛਡਾਉਣਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਇੱਥੇ ਹੋਇਆ। ਤਾਂ ਉਸ ਵੇਲੇ ਕੀ ਹੁੰਦਾ ਹੈ, ਭਾਈ ਲక్ష్మణ ਸਿੰਘ ਆਪਣੇ ਜਥੇ ਨੂੰ ਲੈ ਕੇ ਤੁਰਦਾ ਹੈ। ਨਾ ਇਹ ਜਥੇ ਜਿਹੜੇ ਹੋਇਆ ਕਰਦੇ ਸਨ ਸ਼ਾਂਤਮਈ, ਦੈਟ ਮੀਨਸ ਦੇ ਨੈਵਰ ਕੈਰੀ ਐਨੀ ਵੈਪਨਸ ਐਨੀਥਿੰਗ, ਦੇ ਆਰ ਨਾਟ ਦੈਟ ਟੂ ਫਾਈਟ। ਇਹ ਸ਼ਾਂਤਮਈ ਤਰੀਕੇ ਨਾਲ ਜਾਂਦੇ ਸਨ ਤੇ ਇਹਨਾਂ ਦੇ ਨਾਲ ਸ਼ਹੀਦ ਜਥੇ ਹੋਇਆ ਕਰਦੇ ਸਨ। ਦੈਟ ਮੀਨਸ ਵੈਨ ਦੇ ਵਾਕ ਆਫਟਰ ਦੀ ਅਰਦਾਸ, ਉਹ ਇਹ ਸੋਚਦੇ ਹੁੰਦੇ ਸਨ ਵੀ ਅਸੀਂ ਸ਼ਹੀਦ ਹੋ ਗਏ ਹਾਂ, ਸ਼ਹੀਦ ਜਥਾ ਹੁਣ ਮੁੜ ਕੇ ਨਹੀਂ ਆਉਣਾ ਜਿਉਂਦੇ। ਇਹ ਫੈਸਲਾ ਕਰਕੇ ਜਾਂਦੇ ਸਨ। ਤੇ ਇਹਨਾਂ ਨੇ ਅਰਦਾਸ ਕੀਤੀ ਇੱਕ ਦਿਨ ਪਹਿਲਾਂ, ਤੇ ਉਹਨਾਂ ਵਿੱਚ ਕਈ ਸਿੱਖਾਂ ਵਿੱਚ ਡਾਊਟ ਆ ਗਿਆ। ਉਹਨਾਂ ਨੂੰ ਪਤਾ ਲੱਗਿਆ ਨਰਾਇਣ ਦਾਸ ਨੇ ਬ੍ਰਿਟਿਸ਼ ਪੁਲਿਸ ਨੂੰ ਨਾਲ ਲੈ ਕੇ ਬਹੁਤ ਸਾਰੇ ਉਹਨੇ ਗੁੰਡੇ 400 ਗੁੰਡੇ ਉਹਨੇ ਐਮਪਲੋਏ ਕੀਤੇ।
ਉਹਨਾਂ ਨੂੰ ਗੰਨਾਂ ਦੇ ਦਿੱਤੀਆਂ, ਉਹਨਾਂ ਨੂੰ ਕੀ ਕੁਛ ਨਹੀਂ ਉਹਨੇ ਦਿੱਤਾ। ਉਹਨੇ ਪੂਰੀ ਤਿਆਰੀ ਕੀਤੀ ਹੋਈ ਸੀ। ਸਿੱਖਾਂ ਨੇ ਜਾ ਕੇ ਖਬਰ ਦਿੱਤੀ ਲਛਮਣ ਸਿੰਘ ਨੂੰ, ਕਹਿੰਦੇ ਨਾ ਜਾਈਏ ਕਿਉਂਕਿ ਉੱਥੇ ਤਾਂ ਗੋਲੀਆਂ ਹੀ ਚੱਲਣੀਆਂ ਹਨ। ਤੇ ਭਾਈ ਲਛਮਣ ਸਿੰਘ ਕਹਿੰਦਾ ਕੋਈ ਨਹੀਂ, ਆਪਾਂ ਨਾ ਅਰਦਾਸ ਕਰ ਲਈ, ਜਿਵੇਂ ਗੁਰੂ ਕਹੂਗਾ ਆਪਾਂ ਉਵੇਂ ਕਰਨਾ। ਉਹਨਾਂ ਨੇ ਅਰਦਾਸ ਕੀਤੀ। ਅਰਦਾਸ ਦਾ ਮਹਾਵਾਕ ਜਿਹੜਾ ਸੀ ਨਾ, ਹੁਕਮਨਾਮਾ ਕੀ ਆਇਆ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹ ਜਿਹੜਾ ਸਾਰਾ ਸ਼ਬਦ ਆਇਆ ਤੇ ਇਹਨੂੰ ਸੁਣ ਕੇ ਭਾਈ ਲਛਮਣ ਸਿੰਘ ਕਹਿੰਦਾ ਅੱਜ ਆਪਾਂ ਇੱਥੋਂ ਤੁਰ ਪਈਏ, ਸਵੇਰੇ 5 ਵਜੇ ਆਪਾਂ ਦਾਖਲ ਹੋਣਾ ਹੈ ਨਨਕਾਣਾ ਸਾਹਿਬ ਦੇ ਵਿੱਚ। ਉਹਨਾਂ ਨੇ ਜਾ ਕੇ ਉੱਥੇ ਦਾਖਲ ਹੋਏ, ਜਾ ਕੇ ਉੱਥੇ ਪ੍ਰਕਾਸ਼ ਕਰਕੇ ਆਸਾ ਦੀ ਵਾਰ ਦਾ ਪਾਠ ਕੀਤਾ। 7 ਵਜੇ ਸਵੇਰੇ ਗੋਲੀਆਂ ਚੱਲਣ ਲੱਗੀਆਂ। ਭਾਈ ਲਛਮਣ ਸਿੰਘ ਵਾਸ ਸਿਟਿੰਗ ਔਨ ਮਹਾਰਾਜ ਦੀ ਤਾਬਿਆ। ਜਦੋਂ ਉਹਦੇ ਗੋਲੀਆਂ ਵੱਜੀਆਂ, ਜਦੋਂ ਗੋਲੀਆਂ ਚੱਲੀਆਂ, ਉਹਨੇ ਇੱਕੋ ਹੀ ਚੀਜ਼ ਰੱਖੀ, ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਬਚਾਇਆ। ਉਹਨੇ ਕਹਿੰਦੇ ਵੀ ਮਹਾਰਾਜ ਨੂੰ ਗੋਲੀ ਨਾ ਲੱਗੇ। ਸੋ ਉਹਦੇ ਸਰੀਰ ਨੂੰ ਗੋਲੀਆਂ ਲੱਗੀਆਂ, ਉਹਨੇ ਐ ਬਚਾ ਕੇ ਰੱਖਿਆ, ਪਰ ਫਿਰ ਵੀ ਇੱਕ ਗੋਲੀ ਲੱਗੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ। ਉਹ ਸਰੂਪ ਜਿਹੜਾ ਉੱਥੇ ਉਦੋਂ ਪ੍ਰਕਾਸ਼ ਕੀਤਾ ਹੋਇਆ ਸੀਗਾ। ਸੋ ਭਾਈ ਲਛਮਣ ਸਿੰਘ ਹਜੇ ਆਪਣੇ ਅਖੀਰਲੇ ਸਵਾਸਾਂ ਤੇ ਸੀ। ਉਹਨੂੰ ਚੱਕ ਕੇ ਜੰਡ ਦੇ ਨਾਲ ਪੁੱਠਾ ਕਰਕੇ ਬੰਨ ਕੇ ਅਲਾਈਵ ਹਾਂ, ਸਟਿਲ ਅਲਾਈਵ, ਥੱਲੇ ਅੱਗ ਲਾ ਦਿੱਤੀ, ਹੌਲੀ ਹੌਲੀ ਸਾੜਿਆ ਉਹਨਾਂ। ਇਸੇ ਤਰ੍ਹਾਂ ਹੀ ਕਿੰਨੇ ਸਿੱਖ ਉਹਨਾਂ ਨੇ ਜਿਉਂਦੇ ਤੇਲ ਪਾ ਪਾ ਕੇ ਸਾੜੇ, ਪਰ ਉਹ ਸਿੱਖਾਂ ਨੇ ਇੱਕ ਵੀ ਆਪਣੇ ਹੱਥ ਨਹੀਂ ਚੱਕੇ। ਦੇ ਡਾਈਡ ਵੈਰੀ ਪੀਸਫੁਲ। ਉਹਨਾਂ ਨੇ ਸ਼ਹੀਦੀਆਂ ਪਾ ਲਈਆਂ। ਕਹਿੰਦੇ ਅਸੀਂ ਇਹ ਅਸਥਾਨ ਤੇ ਲੜਾਈ ਕਰਨ ਵਾਸਤੇ ਨਹੀਂ, ਅਸੀਂ ਗੁਰੂ ਦਾ ਅਸਥਾਨ ਛਡਾਉਣ ਵਾਸਤੇ ਆਏ ਹਾਂ। ਸੋ ਇਸ ਪ੍ਰਕਾਰ ਕਰਕੇ ਦੇਖੋ, ਇਹਨਾਂ ਨੇ ਆਪਣਾ ਤਨ ਮਨ ਕਾਟ ਕਾਟ ਸਭ ਅਰਪੀ, ਇਹਨਾਂ ਨੇ ਅਰਪ ਦਿੱਤਾ। ਗੁਰੂ ਨੇ ਕਹਿ ਵੀ ਦਿੱਤਾ ਵੀ ਇਹ ਸੇਵਾ ਤੁਹਾਤੋਂ ਲੈਣੀ ਹੈ, ਤੁਹਾਡਾ ਉੱਥੇ ਸਭ ਕੁਝ ਕੱਟਿਆ ਜਾਣਾ। ਹੋਇਆ ਵੀ ਉਵੇਂ। ਦੇਖੋ ਇਹ ਹੁੰਦੀ ਆ ਗੁਰੂ ਨੂੰ ਅੱਗੇ ਰੱਖਣਾ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ, ਜਦੋਂ ਮਨ ਨੂੰ ਆਪਾਂ ਗੁਰੂ ਵੱਲ ਦੇਣਾ ਹੈ ਨਾ, ਆਪਾਂ ਮਨ ਨੂੰ ਕਿਵੇਂ ਗੁਰੂ ਵੱਲ ਦਈਏ? ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਬੜਾ ਸੋਹਣਾ ਲਿਖਿਆ ਹੈ ਨਾ, ਮਨ ਵੇਚੈ ਸਤਿਗੁਰੂ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਕਾਰਜ ਰਾਸ ਹੋ ਜਾਂਦੇ ਨੇ ਉਹ ਸਿੱਖ ਦੇ, ਜਿਹੜਾ ਆਪਣਾ ਮਨ ਨਾ ਗੁਰੂ ਨੂੰ ਵੇਚ ਦੇਵੇ, ਦੇ ਦੇਵੇ ਗੁਰੂ ਨੂੰ। ਮਨ ਮਹਾਰਾਜ ਇਹ ਮਨ ਤੁਹਾਡਾ ਹੈ। ਓਕੇ, ਹੁਣ ਆਪਾਂ ਇਹ ਵਿਚਾਰ ਕਰਨੀ ਹੈ, ਇਹ ਮਨ ਨੂੰ ਕਿਵੇਂ ਗੁਰੂ ਨੂੰ ਦੇਣਾ ਹੈ। ਹਾਊ ਟੂ ਸਬਮਿਟ ਯੋਰ ਮਾਈਂਡ ਟੂ ਦ ਗੁਰੂ। ਪਹਿਲੀ ਗੱਲ ਹੈ, ਮਾਈਂਡ ਨੂੰ ਸਮਝਣਾ ਜ਼ਰੂਰੀ ਹੈ। ਮਾਈਂਡ ਇਜ਼ ਦ ਮੋਸਟ ਪਾਵਰਫੁਲ ਵੀਕ ਇੰਸਟਰੂਮੈਂਟ ਇਨ ਯੋਰ ਬੋਡੀ। ਸੋ ਇਹ ਫਿਜ਼ੀਕਲ ਨਹੀਂ, ਇਹ ਵਰਚੁਅਲ ਹੈ। ਦੇਖੋ ਦੁਨੀਆ ਅੱਜ ਵਰਚੁਅਲ ਨੂੰ ਅੱਜ ਪਛਾਣਨ ਲੱਗੀ ਹੈ, ਪਰ ਮਾਈਂਡ ਇਜ਼ ਵਰਚੁਅਲ। ਇਹ ਜਿਹੜਾ ਹਨ, ਇਹਦਾ ਕੋਈ ਐਗਜ਼ਿਸਟੈਂਸ ਫਿਜ਼ੀਕਲ ਹੈ ਨਹੀਂਗਾ, ਬਟ ਇਜ਼ ਦ ਮੋਸਟ ਪਾਵਰਫੁਲ ਥਿੰਗ ਇਨ ਯੋਰ ਬੋਡੀ। ਤੇ ਦੂਜਾ, ਇਹ ਜਿਹੜਾ ਹਨ ਮਨ ਕਿਵੇਂ ਚੱਲਦਾ, ਇਹ ਇੰਦਰੀਆਂ ਨਾਲ ਚੱਲਦਾ ਹੈ। ਅੱਖਾਂ ਇਹਨੂੰ ਇਨਫੋਰਮੇਸ਼ਨ ਦਿੰਦੀਆਂ ਨੇ, ਕੰਨ ਦਿੰਦੇ ਨੇ। ਸੋ ਮਾਈਂਡ ਦਾ ਕਨੈਕਸ਼ਨ ਦੁਨੀਆ ਦੇ ਨਾਲ ਕਿਵੇਂ ਹੈ? ਇਹਦੇ 10 ਸੈਂਸਸ ਦੇ ਨਾਲ, 5 ਐਕਸ਼ਨ ਸੈਂਸਸ, 5 ਜਿਹੜੇ ਗਿਆਨ ਇੰਦਰੇ, ਇਹਨਾਂ ਦੇ ਨਾਲ ਮਨ ਬਾਹਰਲੀ ਦੁਨੀਆ ਨਾਲ ਲਿੰਕ ਹੁੰਦਾ ਹੈ ਤੇ ਆਪਣਾ ਕੰਮ ਇਹਨਾਂ ਰਾਹੀਂ ਕਰਦਾ ਹੈ। ਫਿਰ ਦੇਖੋ ਇਹਦਾ ਮੇਨ ਰੋਲ ਕੀ ਹੈ ਮਨ ਦਾ? ਇਹਨੇ ਥਾਟਸ ਉਠਾਉਣੇ ਨੇ, ਸੰਕਲਪ ਤੇ ਵਿਕਲਪ, ਦ ਕਾਊਂਟਰ ਥਾਟਸ। ਸੋ ਇਹ ਦੋਵੇਂ ਇਹਨੇ ਉਠਾਉਣੇ ਨੇ ਤੇ ਮਨ ਇਹ ਬਿਜ਼ੀ ਰਹਿੰਦਾ ਇਹ ਕੰਮਾਂ ਦੇ ਵਿੱਚ। ਸੋ ਇਸ ਕਰਕੇ ਕਹਿੰਦੇ ਇਹ ਮਾਈਂਡ ਦੇ ਰੋਲ ਕਰਕੇ ਕਿਤੇ ਵੀ ਬੰਦੇ ਨੂੰ ਸ਼ਾਂਤੀ ਨਹੀਂ ਮਿਲਦੀ, ਬਿਕੋਜ਼ ਯੂ ਆਰ ਐਕਸਪੋਜ਼ ਥਰੂ ਦ 10 doors ਆਫ ਯੋਰ ਬੋਡੀ ਇਨਟੂ ਦ ਆਊਟਸਾਈਡ ਵਰਲਡ। ਫੇ ਹੁਣ ਤੁਹਾਨੂੰ ਕਿਤੇ ਗਰਮੀ ਲੱਗਦੀ ਆ, ਕਿਤੇ ਠੰਡ ਲੱਗਦੀ ਆ, ਕਿਤੇ ਤੁਹਾਨੂੰ ਭੁੱਖ ਲੱਗਦੀ ਆ, ਕਿਤੇ ਤ੍ਰੇਹ ਲੱਗਦੀ ਆ, ਕਿਤੇ ਅੱਖਾਂ ਮੱਚਦੀਆਂ ਨੇ। ਇਹ ਸਾਰੀਆਂ ਚੀਜ਼ਾਂ ਤੁਹਾਡੇ ਮਨ ਨੂੰ ਬਿਜ਼ੀ ਰੱਖਦੀਆਂ। ਇਸ ਕਰਕੇ ਇਹ ਮਾਈਂਡ ਜਿਹੜਾ ਉਹੀ ਸੋਚਾਂ ਸੋਚ ਕੇ ਤੁਹਾਡੇ ਅੰਦਰ ਉਹੀ ਜਿਹੜੇ ਵਾਈਬਸ ਅੰਦਰੋਂ ਕੱਢਦਾ ਹੈ, ਜਿਹਦੇ ਕਰਕੇ ਤੁਹਾਡੇ ਇਮੋਸ਼ਨਸ ਬਣਦੇ ਨੇ, ਤੁਹਾਡਾ ਕੈਰੈਕਟਰ ਬਣਦਾ, ਤੁਹਾਡਾ ਐਟੀਟਿਊਡ ਬਣਦਾ ਹੈ। ਸੋ ਇਉਂ ਕਰਕੇ ਜਿਹੜਾ ਅੱਗੇ ਆਪਾਂ ਇਹੀ ਮਾਈਂਡ ਜਿਹੜਾ ਹੈ, ਭਾਈ ਗੁਰਦਾਸ ਜੀ ਕਹਿੰਦੇ ਇਹ ਮਾਈਂਡ ਨੂੰ ਜਿਹੜਾ ਹੈ ਤੁਸੀਂ ਗੁਰੂ ਨੂੰ ਦੇ ਦਿਓ। ਕਿਵੇਂ ਦੇਣਾ ਗੁਰੂ ਨੂੰ? ਨਾਓ ਲੈਟ, ਉਹਨਾਂ ਨੇ ਇੱਕ ਕਵਿਤ ਲਿਖਿਆ, 622 ਵਾਲਾ ਕਵਿਤ ਹੈ। ਭਾਈ ਗੁਰਦਾਸ ਜੀ ਬੜੇ ਸੋਹਣੇ ਇੱਥੇ ਲਿਖਦੇ ਨੇ, ਕਹਿੰਦੇ ਦਿਰਗਣ ਮੈਂ ਦੇਖਤ ਹਾਂ। ਕਹਿੰਦੇ ਮੇਰਾ ਮਨ ਜਿਹੜਾ ਹੈ ਨਾ, ਅੱਖਾਂ ਦੇ ਰਾਹੀਂ ਇਹ ਦੁਨੀਆ ਨੂੰ ਦੇਖਦਾ ਹੈ। I see the world through my eyes, ਪਰ ਦ੍ਰਿਗ ਹੂੰ ਤੇ ਦੇਖਿਓ ਚਾਹੈ। ਕਹਿਣ ਲੱਗੇ ਕਿਤੇ ਮਹਾਰਾਜ ਮੇਰੀਆਂ ਅੱਖਾਂ ਗੁੰਮਰਾਹ ਵੀ ਹੋ ਸਕਦੀਆਂ ਹਨ। I may be looking on something else than you, ਕਿਤੇ ਮੇਰੇ ਨਾਲ ਐਸਾ ਹੋ ਸਕਦਾ ਹੈ। ਮੈਂ ਕੁੱਲੜ ਜੀਵ ਆ ਨਾ, ਮੈਂ ਅੱਜ ਤੁਹਾਡੇ ਵੱਲ ਦੇਖਦਾ, ਕਿ ਤਾਂ ਮੈਂ ਹੋਰ ਕਿਤੇ ਦੇਖਿਆ ਮੇਰਾ ਮਨ ਉੱਥੇ ਲੱਗ ਜਾਵੇ। ਤਾਂ ਫਿਰ ਅਰਦਾਸ ਨਾਲ ਦੀ ਨਾਲ ਕਰਦੇ ਹਨ, ਕਹਿੰਦੇ ਪਰਮ ਅਨੂਪ ਰੂਪ ਸੁੰਦਰ ਦਿਖਾਈ ਹੈ। ਕਹਿੰਦੇ ਮਹਾਰਾਜ ਫਿਰ ਮੈਨੂੰ ਆਪਣਾ ਰੂਪ ਦਿਖਾ ਦਿਓ। ਪਾਤਸ਼ਾਹ ਜੀ ਫਿਰ ਜਿਹੜੇ ਵੀ ਸਰੂਪ ਵਿੱਚ ਮੈਂ ਦੇਖਾਂ ਨਾ ਮਹਾਰਾਜ, ਉਸ ਸਰੂਪ ਵਿੱਚ ਤੁਸੀਂ ਮੈਨੂੰ ਆਪਣਾ ਸਰੂਪ ਦਿਖਾ ਦਿਓ। ਮਹਾਰਾਜ give me the realization there and there that you are within everything in this world. You are the most ਜਿਹੜਾ ਹਨ most nice, most interesting, ਤੂੰ ਹੀ ਹੈ। ਤੂੰ ਮੇਰੇ ਸਾਹਮਣੇ ਆਪਣਾ ਰੂਪ ਉਹੀ ਰੂਪ ਦੇ ਵਿੱਚ ਲਿਆ ਕੇ ਖੜਾ ਕਰ ਦੇ, ਤਾਂ ਕਰਕੇ ਮੇਰਾ ਮਨ ਮੁੜ ਆਵੇ। ਨਾਓ ਸੈਕੰਡ ਥਿੰਗ, ਕਹਿੰਦੇ ਸਰਵਣ ਮੈਂ ਸੁਣਤ ਜੋ ਸਰਵਣ ਹੂੰ। ਕਹਿੰਦੇ ਕਿ ਮੈਂ ਆਪਣੇ ਸਰਵਣ ਆਪਣੇ ਕੰਨਾਂ ਵਿੱਚ ਸੁਣਦਾ ਹਾਂ ਸ਼ਬਦ, ਪਰ ਕਿਤੇ ਐਸਾ ਹੋ ਸਕਦਾ ਸਰਵਣ ਹੂੰ ਸੁਣਿਓ ਚਾਹੈ, ਮੈਂ ਹੋਰ ਕੁਝ ਸੁਣਨਾ ਚਾਹਾਂ।
मैं किसी की चुगली निंदिया वाल तुर पवां, मैं किसी का होर गीत वाल तुर पवां, तां कहंदे भाई गुरदास जी अरदास करदे हन, अनहद शब्द प्रसन्न होए सुनाईए, पातशाह जी किरपा कर दिओ, मेरे अंदरों अनहद शब्द उठा दिओ, जिहदे करके मेरी बिरती बाहरों टुट जावे ते अंदर नूं फिर आ जावे। देखो कैसी अरदास एक सिख करदा है। फिर कहंदे रसना मैं रटत जू, मैं अपनी रसना मूँह दे नाल वाहिगुरू वाहिगुरू मैं शब्द पढ़दा हाँ, रसना हूँ रसे चाहे, किते मेरी रसना नूं किते जी करे मैं ये खा लवां, मैं ओ खा लवां, मैं ये कुछ कह दवां। कहंदे जे यही जा कोई चाह आ जावे, प्रेम रस अमृत चुआए के चखाइए, कहंदे कि पातशाह जी किरपा कर दिओ, फिर मैनूं अमृत दा रस दे दिओ नाम विचों, तां करके मेरी रसना ना उन्हों ही वाहिगुरू वाहिगुरू नाम दे विचों ही अमृत नूं चखे, अमृत नूं पीवे। देखो अखीरली लाइन है भाई गुरदास जी कहंदे मन मह बसो मल मया कीजे महाराज, कह लगे पातशाह जी किरपा कर दिओ मेरे मन विच बस जाओ, क्योंकि मन नूं ये चीज़ां जिहड़ियां ने मेरे सेंसस सारा कुछ दंदे ने इंफॉर्मेशन, इनू लिया के महाराज मेरे मन विच वस जाओ, मैं देखा भी तुहानू, मैं सुना भी तुहानू, मैं रस भी तुहाडा लवां, ते पातशाह जी किरपा करके मेरे मन विच वस जाओ, क्यों धावत बरज उनमन लिव लाइए, मेरा मन जिहड़ा भटकदा होया ये टिक जावे। देखो ना हुण मन नूं टिकाउण दा इक्को ही तरीका है, जे तुसीं कहोगे ना तुसीं हर रोज दिन रात तुसीं मूवियां देखणियां ने ते थोड़ा मन टिक जाएगा, नहीं टिकेगा। जे तुसीं अपने मूँह दे नाल तरह तरह के गीत भी गाने ने ते दो शब्द पढ़ देने ने, थोड़ा मन टिक जाएगा, नहीं टिकेगा। तुहानूं एक चीज़ अपने मन च बिठाउणी पैनी है कि जो कुछ तुसीं अपने अखां नाल करना, अपने कन्नां नाल करना, नक नाल करना, जीभ नाल करना, अपनी चमड़ी नाल करना, ये सब कुछ गुरु ते जिहड़ा हन लिंक होना चाहिए है, गुरु नूं चेते करन वाला चाहिए, तां तुहाडा मन जुड़ेगा गुरु दे नाल। देखो आपां अरदास कर सकते हैं ना महाराज अगे, सो भाई गुरदास ने जिवें कीती है। हुण अगे देखो जिहड़ी वैल्थ है ना, धन जिहड़ा है ना, महाराज कहंदे दान पुण्य नहीं संतन सेवा, कह लगे देखो आपां ना दान कीता, ना पुण्य कीता, ना संतां दी सेवा ही कीती है। हुण दान ते पुण्य दा फर्क की है? दान वो है जिहड़ा तुहाडा वैल्थ है, तुहाडे कोल पैसा है, तुसीं किसी नूं पैसा दे दित्ता, तुसीं दान दे दित्ता। पुण्य वो है जिहदा कारज अड़िया होवे, कारज दे विच कोई विघन पिया होवे, तुसीं पर्सनली जाके उहदे कारज नूं सवारो, ਉਹਨੂੰ ਕਹਿੰਦੇ ਆ ਪੁੰਨ। ਤੀਜੀ ਗੱਲ ਆ ਗਈ ਸੰਤਾਂ ਦੀ ਸੇਵਾ ਕਰਨੀ। ਸੰਤਾਂ ਉਹ ਸੰਤਾਂ ਦੀ ਸੇਵਾ ਕਰੋ, ਉਹਨਾਂ ਦਾ ਜਿਹੜਾ ਮਹਾਂਪੁਰਸ਼ਾਂ ਕੋਲ, ਉਹ ਗੁਰਸਿੱਖਾਂ ਕੋਲ ਜਾਓ, ਜਾ ਕੇ ਉਹਨਾਂ ਦੀ ਸੇਵਾ ਕਰੋ ਜਿਹੜੇ ਨਾਮ ਜਪਦੇ ਨੇ। ਫਿਰ ਕਹਿੰਦੇ ਕਿਤ ਹੀ ਕਾਜ ਨਾ ਆਇਆ, ਕਹਿੰਦੇ ਦੇਖੋ ਇਹ ਜਿਹੜਾ ਨਾ ਤਨ ਪੁੰਨ ਜਿਹੜਾ ਆਪਣਾ ਪ੍ਰੋਪਰਟੀ ਹੈ ਨਾ ਸਾਰੀ, ਇਹ ਕਿਸੇ ਕੰਮ ਨਹੀਂ ਆਉਂਦੀ ਜੇ ਇਹ ਕੰਮ ਨਾ ਆਈ, ਨਾ ਦਾਨ ਵਿੱਚ ਆਈ, ਨਾ ਪੁੰਨ ਵਿੱਚ ਆਈ, ਨਾ ਸੰਤਾਂ ਦੀ ਸੇਵਾ ਵਿੱਚ ਆਈ ਨਾ। ਇਹ ਜਿਹੜੀ ਦੌਲਤ ਆ ਨਾ ਇਹਨੇ ਕਿਸੇ ਕੰਮ ਨਹੀਂ ਆਉਣਾ। ਤੁਹਾਡੇ ਮਰਿਆਂ ਤੋਂ ਬਾਅਦ ਤੁਹਾਡੇ ਘਰ 'ਚ ਲੜਾਈ ਪੈ ਜਾਣੀ ਹੈ। ਲੋਕਾਂ ਨੇ ਉਹ ਮਾਇਆ ਤੇ ਆ ਕੇ ਗਿਲਜਾਂ ਮੰਗਵਾ ਕੇ ਪੈ ਜਾਣਾ, ਕਹੂੰਗਾ ਮੇਰੀ ਆ ਮੇਰੀ ਆ ਮੇਰੀ ਆ ਮੇਰੀ ਆ, ਉਹ ਸਾਰੀ ਲੜਾਈ ਪੈ ਜਾਣੀ ਆ, ਕਿਸੇ ਨੂੰ ਕੁਝ ਨਹੀਂ ਮਿਲਣਾ। ਸਾਰੇ ਇੱਕ ਭਰਾ ਭੈਣ ਦੇ ਨਾਲ ਲੜੇਗਾ, ਭੈਣ ਭਰਾ ਨਾਲ ਲੜੇਗੀ, ਸਭ ਕੁਝ ਉੱਥੇ ਖੁਰਦ-ਬੁਰਦ ਹੋ ਜਾਣਾ। ਇਟ ਵਿਲ ਕਾਜ਼ ਯੂ ਮੋਰ ਟਰਬਲ ਦੈਨ ਗੁੱਡ। ਉਹ ਮਾਇਆ ਨੇ ਤੁਹਾਡਾ ਕੁਝ ਨਹੀਂ ਸਵਾਰਨਾ। ਇੱਕੋ ਚੀਜ਼ ਸਵਾਰੇਗੀ ਜੇ ਤੁਸੀਂ ਉਹਨੂੰ ਦੇ ਦਿਓਗੇ, ਜੇ ਤੁਸੀਂ ਆਪਣੇ ਜਿਉਂਦਿਆਂ ਜੀ ਦਾਨ ਕਰ ਦਿਓਗੇ, ਉਦੋਂ ਸੰਤਾਂ ਦੀ ਸੇਵਾ ਵਿੱਚ ਲਾ ਦਿਓਗੇ। ਫਿਰ ਆਉਂਦਾ ਜੀ ਦੇਖੋ ਇੱਥੇ ਮਹਾਰਾਜ ਜੀ ਹੋਰ ਵੀ ਕਿਰਪਾ ਕਰਦੇ ਹਨ। ਪਾਤਸ਼ਾਹ ਜੀ ਕਹਿੰਦੇ ਤਨ ਮਨ ਅਰਪੀ ਆਪ ਗਵਾਈ। ਦੇਖੋ ਅਰਪਣਾ ਵੀ ਆ, ਦੇਣਾ ਵੀ ਆ, ਨਾਲੋਂ ਨਾਲ ਮੈਂ ਦਿੱਤਾ ਇਹ ਨਹੀਂ ਚਾਹੀਦਾ, ਇਹ ਵੀ ਨਾਲੇ ਨਾਲ ਗਵਾਉਣਾ। ਆਪ ਗਵਾਈ, ਦੇਣਾ ਵੀ ਹੈ ਤੇ ਆਪਣੇ ਆਪ ਨੂੰ ਗਵਾਉਣਾ ਵੀ ਐਟ ਦ ਸੇਮ ਟਾਈਮ। ਦੇਖੋ ਕਿੱਡੀ ਵੱਡੀ ਗੱਲ ਆ। ਇਹ ਵੀ ਨਹੀਂ ਕਹਿਣਾ ਮੈਂ ਦੇਤਾ ਜੀ, ਮੈਂ ਦਿੱਤਾ ਹੈ ਜੀ, ਮੈਂ ਦਿੱਤਾ। ਨੋ, ਤੂੰ ਨਹੀਂ ਦਿੱਤਾ, ਉਹ ਮੈਨੂੰ ਵੀ ਨਾਲੇ ਗਵਾਉਣਾ। ਫਿਰ ਕਹਿੰਦੇ ਚੱਲਾ ਸਤਿਗੁਰੂ ਭਾਏ। ਫਿਰ ਚੱਲਣਾ ਕਿਹਦੇ? ਗੁਰੂ ਦੇ ਭਾਣੇ ਵਿੱਚ ਚੱਲਣਾ। ਦੈਟਸ ਇੰਪੋਰਟੈਂਟ। ਸੀ ਇਟ ਕਮਸ ਇਨ ਅ ਪੈਕੇਜ। ਤਨ ਮਨ ਸਭ ਕੁਝ ਦੇ ਕੇ ਵੀ ਆਪਣੇ ਆਪ ਨੂੰ ਜਨਾਉਣਾ ਨਹੀਂ ਵੀ ਮੈਂ ਕੀਤਾ ਹੈ। ਫਿਰ ਚੱਲਣਾ ਗੁਰੂ ਦੇ ਭਾਣੇ ਵਿੱਚ ਹੈ। ਦੇਖੋ ਅਗਲੀ ਲਾਈਨ 'ਚ ਸਤਿਗੁਰੂ ਜੀ ਕਿੰਨਾ ਸੋਹਣਾ ਕਹਿੰਦੇ ਨਾ, ਸਦ ਬਲਹਾਰੀ ਗੁਰ ਆਪਣੇ ਵਿਟੋਂ, ਮੈਂ ਆਪਣੇ ਗੁਰੂ ਤੋਂ ਵਿਟੋਂ ਕੁਰਬਾਨ ਜਾਂਦਾ ਹਾਂ। ਕਿਉਂ? ਕਹਿੰਦੇ ਜੇ ਹਰ ਸੇਤੀ ਚਿੱਤ ਲਾਏ, ਕਹਿੰਦੇ ਜੇ ਜਿਨ੍ਹਾਂ ਨੇ ਆਪਣੇ ਹਰੀ ਪਰਮਾਤਮਾ ਦੇ ਨਾਲ ਚਿੱਤ ਜੋੜ ਲਿਆ। ਗੁਰੂ ਸਾਹਿਬ ਜੀ ਕਹਿੰਦੇ ਆ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ। ਗੁਰੂ ਵੀ ਬਲਿਹਾਰੇ ਜਾਂਦਾ ਉਹਨਾਂ ਸਿੱਖਾਂ ਤੋਂ ਜਿਹੜੇ ਆਪਣੇ ਸਭ ਕੁਝ ਦੇ ਕੇ ਆਪਣੇ ਆਪ ਨੂੰ ਗੁਆ ਕੇ ਤੇ ਫਿਰ ਆਪਣੇ ਗੁਰੂ ਦੀ ਸੇਵਾ ਕਰਕੇ ਤੇ ਉਹਦੇ ਭਾਣੇ ਵਿੱਚ ਰਹਿ ਕੇ, ਕਹਿੰਦੇ ਸਭ ਕੁਝ ਦੇ ਕਰਕੇ ਵੀ ਜੇ ਫਿਰ ਵੀ ਚਿੱਤ ਆਪਣਾ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਹੁਣ ਆਉਂਦੀ ਆ ਸਾਖੀ ਬਾਬਾ ਬੰਦਾ ਸਿੰਘ ਬਹਾਦਰ ਦੀ।
ਸੋ ਇਹ ਸਾਖੀ ਆਪਾਂ ਉਨੀਓ ਵਿਚਾਰਨੀ ਆ ਜਦੋਂ ਉਹਨਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਆ ਨੰਦੇੜ ਦੇ ਵਿੱਚ। ਸੋ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਮਿਨਹਾਸ ਰਾਜਪੂਤਾਂ ਵਿੱਚੋਂ ਹਨ। ਇਹਨਾਂ ਦਾ ਜਨਮ ਮੰਨਿਆ ਗਿਆ 1670 ਵਿੱਚ ਹੋਇਆ ਹੈ। ਕਹਿੰਦੇ ਇਹ ਜਿਹੜੇ ਹਨ ਇਹ ਇੱਕ ਰਾਜਪੂਤ ਸਨ। ਸੋ ਰਜੌਰ ਵਿੱਚ ਰਹਿਣ ਵਾਲੇ, ਜੰਮੂ ਦੇ ਇਲਾਕੇ ਦੇ ਵਿੱਚ ਹੈ, ਉੱਥੇ ਰਹਿਣ ਵਾਲੇ ਹਨ। ਦੇਖੋ ਇਹਨਾਂ ਦਾ ਨਾਂ ਸੀ ਲਛਮਣ ਦੇਵ ਤੇ ਇਹ ਧਨੀ ਪਰਿਵਾਰ ਵਿੱਚੋਂ ਸਨ ਤੇ ਇਹਨਾਂ ਦੇ ਪਰਿਵਾਰ ਵਿੱਚ ਘੋੜੇ, ਬੰਦੂਕਾਂ, ਹੰਟਿੰਗ ਕਰਨੀ ਇੱਕ ਨੋਰਮਲ ਗੱਲ ਸੀ। ਇੱਕ ਦਿਨ ਇਹ ਬਹੁਤ ਛੋਟੀ ਉਮਰ ਦੇ ਵਿੱਚ ਸਨ, ਇਹ ਹੰਟਿੰਗ ਕਰਨ ਚਲੇ ਗਏ। ਇਹਨੇ ਇੱਕ ਹਿਰਨੀ, ਇੱਕ ਡੋਰ ਨੂੰ ਜਿਹੜਾ ਹੈ ਇਹਨੇ ਤੀਰ ਮਾਰਿਆ। ਜਦੋਂ ਉਹ ਤੀਰ ਵੱਜਿਆ ਉਹ ਵਿਚਾਰੀ ਡਿੱਗ ਪਈ ਤੇ ਇਹਨੂੰ ਪਤਾ ਨਹੀਂ ਸੀ ਉਹ ਪ੍ਰੈਗਨੈਂਟ। ਉਹ ਵਿਚਾਰੀ ਤੜਫ ਕੇ ਮਰੀ, ਉਹਦਾ ਬੱਚਾ ਵੀ ਬਾਹਰ ਨਿਕਲ ਕੇ ਤੜਫ ਕੇ ਇਹਦੇ ਅੱਖਾਂ ਦੇ ਸਾਹਮਣੇ ਮਰਿਆ। ਤਾਂ ਉਦੋਂ ਤੋਂ ਲਛਮਣ ਦੇਵ ਨੂੰ ਜਿਹੜਾ ਬਹੁਤ ਦੁੱਖ ਲੱਗਿਆ, ਉਹਨੇ ਨਾ ਇਹ ਵਾਅਦਾ ਕੀਤਾ ਕਿ ਮੈਂ ਅਹਿੰਸਾ ਬਣਾਂਗਾ, ਮੈਂ ਹੁਣ ਕਿਸੇ ਨੂੰ ਕੋਈ ਨਹੀਂ ਮਾਰਨਾ। ਉਹਨੇ ਹੰਟਿੰਗ ਛੱਡ ਦਿੱਤੀ ਤੇ ਸਾਧੂਆਂ ਵਾਲੇ ਕੱਪੜੇ ਪਾ ਕੇ ਉਹ ਘਰੋਂ ਨਿਕਲ ਗਿਆ। ਤੇ ਉਹਨੂੰ ਜਾ ਕੇ ਜਿਹੜਾ ਹਨ ਗਾਂਹ ਜਾ ਕੇ ਇੱਕ ਬੈਰਾਗੀ ਮਿਲਦਾ ਹੈ ਜਿਹਦਾ ਨਾਂ ਸੀ ਜਨਾਕੀ ਦਾਸ। ਸੋ ਉਹ ਜਨਾਕੀ ਦਾਸ ਨੂੰ ਆਪਣਾ ਮਹੰਤ ਬਣਾ ਕੇ ਇਹਦਾ ਨਾਮ ਮਾਧੋ ਦਾਸ ਉਹਨੇ ਰੱਖ ਦਿੱਤਾ ਤੇ ਮਾਧੋ ਦਾਸ ਬਣ ਕੇ ਇਹਨੇ ਸਾਧੂਆਂ ਦੇ ਨਾਲ ਸਾਰੇ ਕਿਤੇ ਤੁਰਿਆ ਫਿਰਿਆ, ਬਹੁਤ ਸਾਰੇ ਥਾਵਾਂ ਤੇ ਗਿਆ, ਬੜੀ ਭਗਤੀ ਇਹਨੇ ਕੀਤੀ। ਅਖੀਰ ਕਰ ਇਹ ਆ ਕੇ ਨੰਦੇੜ ਮਹਾਰਾਸ਼ਟਰਾ ਵਿੱਚ ਆ ਗਿਆ ਤੇ ਗੋਦਾਵਰੀ ਦੇ ਕੰਢੇ ਤੇ ਆ ਕੇ ਇਹਨੇ ਆਪਣਾ ਡੇਰਾ ਬਣਾ ਲਿਆ। ਹੁਣ ਇਹ ਭਗਤੀ ਵਾਲਾ ਬੰਦਾ ਸੀਗਾ, ਇਹਦੇ ਕੋਲ ਸ਼ਕਤੀਆਂ ਬਹੁਤ ਜ਼ਿਆਦਾ ਸਨ। ਇਹਦੀ ਇੱਕ ਚੀਜ਼ ਹੋਇਆ ਕਰਦੀ ਸੀਗੀ, ਇਹਦਾ ਜਿਹੜਾ ਡੇਰਾ ਸੀਗਾ ਇਹਦਾ ਇੱਕ ਮੰਜਾ ਸੀ ਉੱਥੇ। ਸੋ ਇਹ ਮੰਜਾ ਕੀ ਕਰਦਾ ਹੁੰਦਾ ਸੀਗਾ, ਉਹ ਮੰਜੇ ਤੇ ਜਿਹੜਾ ਵੀ ਕੋਈ ਆ ਕੇ ਬੈਠ ਜਾਂਦਾ ਸੀ ਨਾ, ਇਹ ਚੱਕ ਕੇ ਉਹ ਮੰਜਾ ਪੁੱਠਾ ਕਰ ਦਿੰਦਾ ਸੀ ਵਿਦਆਊਟ ਐਨੀਬੋਡੀ ਟੱਚਿੰਗ ਇਟ। ਸੋ ਇਹਦੇ ਡੇਰੇ 'ਚ ਕੋਈ ਆ ਨਹੀਂ ਸਕਦਾ ਸੀਗਾ। ਇਹ ਬਹੁਤ ਪਾਵਰਫੁਲ ਸੀਗਾ, ਇੰਨੀਆਂ ਮਿਰੇਕਲ ਪਾਵਰ ਸੀ ਨਾ ਇਹਦੇ ਕੋਲ ਕੋਈ ਖੜ ਨਹੀਂ ਸਕਦਾ ਸੀਗਾ। ਇਹਨੇ ਜੇ ਜ਼ੁਬਾਨ ਤੋਂ ਕਹਿਤਾ, ਜਿਹੜੀ ਲੜਕੀ ਨੂੰ ਜਾਂ ਬੱਚਾ ਨਹੀਂ ਹੁੰਦਾ ਉਹਨੂੰ ਬੱਚਾ ਹੋ ਜਾਂਦਾ ਸੀਗਾ, ਜਿਹਦਾ ਕੋਈ ਦੁੱਖ ਹੋਵੇ ਉਹਦਾ ਦੁੱਖ ਗੁਆਚ ਜਾਂਦਾ ਸੀ। ਬੜੇ ਪਾਵਰ ਸੀ ਇਹਦੇ ਵਿੱਚ। ਅਖੀਰ ਕਰ ਇੱਕ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਆਏ ਨੰਦੇੜ, ਮਹਾਰਾਜ ਜੀ 14 ਮੰਥਸ ਵਾਸਤੇ ਰਹੇ ਆ ਨਾ ਨੰਦੇੜ, ਮਹਾਰਾਜ ਆ ਕੇ ਇਹਦੇ ਮੰਜੇ ਤੇ ਬਹਿ ਗਏ ਤੇ ਮਹਾਰਾਜ ਨੇ ਆਪਣੇ 4 ਤੀਰ 4 ਪਾਵਿਆਂ ਵਿੱਚ ਲਾ ਦਿੱਤੇ ਤੇ ਮਹਾਰਾਜ ਜੀ ਬੈਠ ਗਏ। ਇਹਨੇ ਜਿਹੜਾ ਹਨ ਇਹਨੂੰ ਜਾ ਕੇ ਕਿਸੇ ਨੇ ਦੱਸਿਆ, ਕਹਿੰਦੇ ਤੁਹਾਡੇ ਮੰਜੇ ਤੇ ਕੋਈ ਬਹਿ ਗਿਆ ਆ ਕੇ, ਤੇ ਉਹਨੇ ਮੰਜਾ ਪੁੱਠਾ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਕੋਸ਼ਿਸ਼ ਕੀਤੀ। ਇਹਨੇ ਇੱਕ ਜਿਹੜੇ ਹਨ ਇਹਨੇ ਕੋਈ ਜਿੰਨ ਰੱਖੇ ਹੋਏ ਸਨ, ਉਹ ਜਿੰਨ ਭੇਜੇ, ਕਹਿੰਦੇ ਤੁਸੀਂ ਜਾ ਕੇ ਉਲਟਾਓ ਮੰਜਾ। ਬਹੁਤ ਇਹਨੇ ਕੋਸ਼ਿਸ਼ ਕੀਤੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤਾਂ ਜਿੰਨ ਵੀ ਦੂਰੋਂ ਦੇਖ ਕੇ ਭੱਜਦੇ ਸਨ, ਉਹ ਨੇੜੇ ਨਹੀਂ ਆਉਂਦੇ ਸੀ। ਕੀ ਹੋਇਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਅਖੀਰਲੀ ਵਾਰ ਹਾਰ ਕੇ ਨਾ ਇਹ ਆ ਕੇ ਮਹਾਰਾਜ ਦੇ ਚਰਨੀ ਪੈ ਗਏ ਤੇ ਇਹਨੇ ਆ ਕੇ ਜਦੋਂ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਦੇਖਿਆ ਨਾ, ਕਹਿੰਦੇ ਮਹਾਰਾਜ ਨੇ ਇਹਦੇ ਵੱਲ ਦੇਖ ਕੇ ਕਹਿੰਦਾ ਦੱਸ ਤੂੰ ਕੌਣ ਹੈ? ਤੇ ਇਹਨੇ ਉਸੇ ਵੇਲੇ ਨਾ ਮਹਾਰਾਜ ਦਾ ਚਿਹਰਾ ਦੇਖ ਕੇ ਨਾ ਇਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਪਰਮਾਤਮਾ ਦਾ ਹੀ ਸਰੂਪ ਹੈ। ਇਹਨੇ ਪਹਿਚਾਣ ਲਿਆ। ਆ ਕੇ ਮਹਾਰਾਜ ਦੇ ਕਦਮਾਂ ਤੇ ਡਿੱਗ ਕੇ ਕਹਿੰਦਾ ਮੈਂ ਤੇਰਾ ਬੰਦਾ। ਮਹਾਰਾਜ ਕਹਿੰਦੇ ਜੇ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰ, ਆ ਕੀ ਮੰਜੇ ਉਲਟਾਈ ਜਾਂਦਾ? ਤੇ ਫੇਰ ਕਹਿੰਦਾ ਮਹਾਰਾਜ ਹੁਕਮ ਕਰੋ। ਤਾਂ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਭੇਜਣਾ ਹੈ ਪੰਜਾਬ ਵੱਲ ਤੇ ਉੱਥੇ ਜਾ ਕੇ ਮੁਗਲ ਹਕੂਮਤ ਜਿਹੜੀ ਜ਼ਾਲਮ ਹੈ ਇਹਨੂੰ ਸੋਧਣਾ ਹੈ। ਤੇ ਕਹਿੰਦਾ ਪਾਤਸ਼ਾਹ ਫੇਰ ਮੈਨੂੰ ਕਿਉਂ ਚੁਣਿਆ? ਕਹਿੰਦੇ ਤੂੰ ਹੀ ਆ, ਇਹ ਕਾਰਜ ਤੇਰਾ ਹੈ ਤੇ ਤੇਰੇ ਤੋਂ ਹੀ ਕਰਾਉਣਾ ਅਸੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾ ਉਸ ਵੇਲੇ ਇਹ ਗੱਲ ਸੁਣ ਕੇ ਨਾ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਚਰਨੀ ਪੈ ਗਿਆ। ਕਹਿੰਦਾ ਮੈਂ ਤੇਰਾ ਬੰਦਾ ਹਾਂ, ਹੁਕਮ ਕਰੋ ਮੈਂ ਕੀ ਕਰਾਂ। ਦੇਖੋ ਨਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਮਿਰੇਕਲ ਪਾਵਰ ਸਨ, ਉਹਦੇ ਚੇਲੇ ਨੇ, ਉਹਦੀ ਫੋਲੋਇੰਗ ਹੈ, ਉਹਦਾ ਡੇਰਾ ਹੈ। ਉਹਨੇ ਗੁਰੂ ਗੋਬਿੰਦ ਸਿੰਘ ਨੂੰ ਮਿਲ ਕੇ ਸਭ ਕੁਝ ਪਿੱਛੇ ਛੱਡ ਦਿੱਤਾ। ਦੇਖੋ ਨਾ ਮਨ ਤਨ ਤੇ ਤਨ ਜਿਹੜਾ ਛੱਡਣਾ ਹੁੰਦਾ ਹੈ ਨਾ, your pride, you know. See, he can claim himself to be like Guru Gobind Singh, that level. But no, ਗੁਰੂ ਗੋਬਿੰਦ ਸਿੰਘ ਕੋਲ ਜਾ ਕੇ ਇਹ ਮਹਾਰਾਜ ਦਾ ਸਿੱਖ ਬਣਿਆ। ਦੇਖੋ ਕਿੱਡੀ ਵੱਡੀ ਕੁਰਬਾਨੀ ਇਹਨੇ ਕੀਤੀ। ਇਹਨੇ ਛੱਡ ਦਿੱਤਾ, ਕਹਿੰਦਾ ਮਹਾਰਾਜ ਤੁਸੀਂ ਮੇਰੇ ਤੋਂ ਵੱਡੇ ਹੋ। ਇਹਨੇ ਮੰਨ ਲਿਆ ਨਾ। ਦੇਖੋ ਏਡੇ ਪਾਵਰ ਵਾਲਾ ਬੰਦਾ ਵੀ ਮੰਨ ਲਿਆ, ਪਰ ਅੱਜ ਆਪਣੇ ਤੇ ਆਪਾਂ ਨੂੰ ਨਾ ਬੜੀ ਸ਼ਰਮ ਆਉਂਦੀ ਆ। ਅੱਜ ਵੀ ਆਪਾਂ ਮੰਨਣ ਨੂੰ ਤਿਆਰ ਨਹੀਂ ਵੀ ਗੁਰੂ ਗੋਬਿੰਦ ਸਿੰਘ is the God himself, ਪਰਮਾਤਮਾ ਦਾ ਸਰੂਪ ਹੈ and he knows better than us. See, we have nothing, you know, he had everything, ਤਾਂ ਵੀ ਇਹਨੇ ਗਵਾਇਆ। ਸੋ ਮਹਾਰਾਜ ਕਿਤੇ ਆਪਣੇ ਤੇ ਵੀ ਕਿਰਪਾ ਕਰਨ ਨਾ, ਆਪਣੇ ਵਿੱਚ ਵੀ ਇਹ ਚੀਜ਼ ਆ ਜਾਵੇ ਨਾ। ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਕਿਰਪਾ ਕੀਤੀ। ਇਹਨਾਂ ਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਕਿਹਾ ਕਿ ਅੱਜ ਤੋਂ ਤੇਰਾ ਨਾਂ ਗੁਰਬਖਸ਼ ਹੈ। ਕਹਿੰਦੇ ਅੱਜ ਗੁਰਬਖਸ਼ ਸਿੰਘ ਤੂੰ ਬਣਿਆ। ਤੇ ਕਹਿੰਦੇ ਬਖਸ਼, ਕਹਿੰਦੇ ਅੱਜ ਤੈਨੂੰ ਪਰਮਾਤਮਾ ਨੇ ਸਾਨੂੰ ਬਖਸ਼ਿਆ। ਕਹਿੰਦੇ ਅੱਜ ਤੂੰ ਸਾਡਾ ਗੁਰਬਖਸ਼ ਹੋਇਆ, ਪਰ ਕਹਿੰਦੇ ਤੇਰਾ ਨਾਂ ਬੰਦਾ ਹੀ ਹੋ ਕੇ ਚੱਲੇਗਾ, ਲੋਕ ਤੈਨੂੰ ਬੰਦਾ ਬਹਾਦਰ ਕਰਕੇ ਜਾਣਨਗੇ।
महाराज ने 5 तीर दिते, 5 सिंह दिते, महाराज ने नगारा दिता ते महाराज ने निशान साहब दिता इनू ते महाराज ने फिर इनू नदेर तो तोरिया ते देखो इन्हें जाके फिर खालसा राज की नींह रखी। इन्हें वजीर खां वर्गियां नू फिर जिहड़ा है मारना, ओडे वड्डे राज नू इन्हें हिला दिता। ही ओनली केम विद 5 तीर, एक नगारा, एक निशान साहब ते 5 सिख। महाराज ने इन्ना ही करके इनू तोरिया ते इहदा भरोसा देखो गुरु ते किन्ना है। ते अपने वर्गा कोई हुंदा मुगल हुकूमत नाल टक्कर लैनी है, यू ओनली गिव मी दिस वन, हाउ कैन आई फाइट? नहीं ना, इन्हें गुरु ते भरोसा रखिया भी गुरु ने दिता है, गुरु आपे संभालेगा। देखो इन्हें फिर जाके राज नू कायम किया, वो दुष्टां नू नाश किया। ते देखो इन्ना प्यार सी ना बाबा बंदा बहादुर नू जिहड़ा गुरु महाराज दे नाल। कहंदे जदों इन्हें सरहंद जित्तिया ना, कहंदे सरहंद नू जित्तिया ना जदों, कहंदे उस वेले जिहड़े हन वजीर खान दा परिवार भी उत्थे सीगा, वजीर खान मारिया गया सीगा ते ओदी लड़की नू लैके आए इन्हां नू। ते सिख कहंदे महाराज ये वजीर खान दी लड़की है छोटी, इहदा की करिए? कहंदे साडा तां जिहड़ा जी करदा इहनू मार दईए। बाबा बंदा सिंह बहादुर कहंदा जी तां मेरा भी यही करदा है। कहंदा क्योंकि मेरे ਜਿਹੜੇ ਸਾਹਿਬਜ਼ਾਦੇ ਸਨ ਉਹ ਕਿਹੜੇ ਛੋਟੇ ਵੱਡੇ ਸੀਗੇ, ਉਹ ਵੀ 7 ਤੇ 9 ਸਾਲਾਂ ਦੇ ਸੀ ਨਾ, ਉਹਨਾਂ ਨੂੰ ਵੀ ਤਾਂ ਨੀਹਾਂ ਵਿੱਚ ਚਿਣਿਆ ਹੈ ਨਾ। ਕਹਿੰਦੇ ਪਰ ਕਹਿੰਦੇ ਕੀ ਕਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਨੂੰ ਇਹ ਸਿੱਖਿਆ ਨਹੀਂ ਨਾ ਦਿੱਤੀ, ਉਹਨੂੰ ਚੰਡਾਲਾਂ ਦੇ ਨਾਲ ਵਿਆਹ ਦਿੱਤਾ ਤੇ ਫਿਰ ਵੀ ਨਹੀਂ ਮਾਰਿਆ। ਪਰ ਉਹਨਾਂ ਵਿੱਚ ਇੰਨਾ ਰੋਹ ਸੀ ਨਾ, ਕਹਿੰਦੇ ਉਹਨਾਂ ਦੀਆਂ ਅੱਖਾਂ ਲਾਲ ਸੀ ਉਸ ਵੇਲੇ ਤੇ ਰੋਂਦੇ ਹੁੰਦੇ ਸਨ ਉੱਠ ਕੇ ਰਾਤ ਨੂੰ ਵੀ ਸਾਹਿਬਜ਼ਾਦਿਆਂ ਨੂੰ ਦੇਖੋ ਇਹਨਾਂ ਨੇ ਕਿਵੇਂ ਸ਼ਹੀਦ ਕੀਤਾ। ਉਹ ਦੁੱਖ ਆ ਨਾ ਜਿਹੜਾ, ਦੈਟਸ ਵੈਰੀ ਇੰਪੋਰਟੈਂਟ। ਜਿਵੇਂ ਨਾ ਸੰਤ ਨਰਿੰਦਰ ਸਿੰਘ ਪਟਿਆਲੇ ਵਾਲੇ ਹੋਏ, ਉਹ ਇੱਕ ਗੱਲ ਕਿਹਾ ਕਰਦੇ ਸਨ ਨਾ, ਕਹਿੰਦੇ ਜਦੋਂ ਵੀ ਆਪਾਂ ਜਾਂਦੇ ਆ ਨਾ ਸਰਹੰਦ ਨੂੰ, ਕਹਿੰਦੇ ਸਰਹੰਦ ਨੂੰ ਉੱਥੇ ਮੇਲਾ ਲੱਗਦਾ ਨਾ ਫਤਿਹਗੜ੍ਹ ਸਾਹਿਬ, ਕਹਿੰਦੇ ਜਦੋਂ ਵੀ ਜਾਂਦੇ ਆ ਨਾ, ਕਹਿੰਦੇ ਨੰਗੇ ਪੈਰੀਂ ਹੋ ਕੇ ਉਹ ਜਾਇਆ ਕਰਦੇ ਸਨ ਪਟਿਆਲੇ। ਕਹਿੰਦੇ ਕਿਤੇ ਉਹ ਜੁੱਤੀ ਨਹੀਂ ਪਾਉਂਦੇ ਹੁੰਦੇ ਸਨ, ਉੱਥੇ ਜਾ ਕੇ ਉਹਨਾਂ ਨੇ ਖਾਣਾ ਨਹੀਂ ਖਾਣਾ। ਕਹਿੰਦੇ ਕਿਉਂ? ਸਾਡੇ ਸਾਹਿਬਜ਼ਾਦੇ ਸ਼ਹੀਦ ਹੋ, ਛੋਟੇ ਛੋਟਿਆਂ ਨੂੰ ਨੀਹਾਂ ਵਿੱਚ ਚੁਣਿਆ, ਉਹਨਾਂ ਦੇ ਗੋਡੇ ਕੱਟੇ ਹੋਏ ਸੀ, ਉਹਨਾਂ ਨੂੰ ਕੋਹ ਕੇ ਮਾਰਿਆ ਸੀ ਉੱਥੇ। ਕਹਿੰਦੇ ਉੱਥੇ ਜਾ ਕੇ ਕਿਵੇਂ ਲੰਗਰ ਛਕ। ਦੇਖੋ ਨਾ ਇਹ ਜਿਹੜਾ ਦਰਦ ਹੁੰਦਾ ਹੈ ਨਾ, ਜਦੋਂ ਗੁਰੂ ਆਪਣਾ ਹੋ ਜਾਵੇ ਨਾ, then you will feel the pain in you, ਪਰ ਜਦੋਂ ਪਿਆਰ ਨਾ ਹੋਵੇ then you won't feel this thing, you think it's okay, it's him। so ਇਹ ਆਪਣਾਪਣ ਨਹੀਂ ਨਾ ਬਣਦਾ। ਗੁਰੂ ਨੇ ਆਪਾਂ ਨੂੰ ਆਪਣੇ ਬਣਾਇਆ ਹੈ ਨਾ, ਆਪਣੇ ਸਾਹਿਬਜ਼ਾਦੇ ਸ਼ਹੀਦ ਕਰਕੇ ਆਪਾਂ ਨੂੰ ਆਪਣੇ ਬਣਾਇਆ, ਪਰ ਆਪਾਂ ਗੁਰੂ ਨੂੰ ਆਪਣਾ ਨਹੀਂ ਬਣਾਇਆ। that's the sad part। ਅੱਜ ਤੱਕ ਆਪਾਂ ਗੁਰੂ ਨੂੰ ਆਪਣਾ ਨਹੀਂ ਬਣਾ ਸਕੇ। ਗੁਰੂ ਨੇ ਤਾਂ ਇੰਨੀਆਂ ਕੁਰਬਾਨੀਆਂ ਦੇ ਕੇ ਵੀ ਆਪਾਂ ਨੂੰ ਆਪਣਾ ਬਣਾ ਲਿਆ, ਪਰ ਆਪਾਂ ਨਾ ਗੁਰੂ ਦੇ ਬਣ ਸਕੇ। ਸੋ ਇੱਥੇ ਜਿਹੜਾ ਅਰਪਣਾ ਤੇ ਸੇਵਾ, ਹੁਣ ਦੇਖੋ ਸੇਵਾ ਕਰਨੀ ਹੈ ਤੇ ਨਾਲੋਂ ਨਾਲ ਦੇਣਾ ਵੀ ਹੈ। ਮਹਾਰਾਜ ਦੀ ਦੇਖੋ ਇਹ ਪੰਕਤੀ ਕਿੰਨੀ ਸੋਹਣੀ ਹੈ। ਕਹਿੰਦੇ ਸਤਿਗੁਰੂ ਕੀ ਸੇਵਾ ਗਾਖੜੀ, ਕਹਿੰਦੇ ਗਾਖੜੀ ਮੀਨਸ ਡਿਫਿਕਲਟ। ਸਤਿਗੁਰੂ ਦੀ ਸੇਵਾ ਕਰਨੀ ਬਹੁਤ ਔਖੀ ਹੈ, ਨੋਟ ਈਜ਼ੀ। ਮਹਾਰਾਜ ਜੀ ਬੜੇ ਟੈਸਟ ਲੈਂਦੇ ਨੇ। ਦੇਖੋ ਭਾਈ ਲਹਿਣੇ ਦੇ ਵੱਲ ਦੇਖੋ, ਕਿੰਨੇ ਉਹਦੇ ਟੈਸਟ ਨੇ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਨੂੰ ਕਿੰਨਾ ਟੈਸਟ ਕੀਤਾ, ਗੁਰੂ ਅਰਜਨ ਦੇਵ ਨੇ ਭਾਈ ਮੰਝ ਨੂੰ ਕਿੰਨਾ ਟੈਸਟ ਕੀਤਾ। ਸੌਖਾ ਨਹੀਂ, ਗਾਖੜੀ ਬੜੀ ਔਖੀ ਹੈ ਗੁਰੂ ਮਹਾਰਾਜ ਦੀ ਸੇਵਾ। ਪਰ ਕਹਿੰਦੇ ਸਿਰ ਦੀਜੇ ਆਪ ਗਵਾਏ, ਕਹਿੰਦੇ ਸਿਰ ਦੇ ਦੋ, ਆਪਣੇ ਆਪ ਨੂੰ ਗਵਾ ਲੋ ਤਾਂ ਇਹ ਸੇਵਾ ਹੋਣੀ ਹੈ। ਨਾਓ ਰਿਮੈਂਬਰ ਵਨ ਥਿੰਗ, ਯੂ ਆਰ ਗਿਵਿੰਗ ਯੋਰ ਹੈਡ। ਮਹਾਰਾਜ ਨੇ ਨਾਲ ਇੱਕ ਹੋਰ ਗੱਲ ਲਿਖਤੀ, ਸਿਰ ਦੀਜੇ ਆਪ ਗਵਾਏ। ਸਿਰ ਵੀ ਦੇਣਾ ਹੈ ਤੇ ਆਪਣੇ ਆਪ ਨੂੰ ਗਵਾਉਣਾ ਵੀ ਹੈ। ਇਟ ਮੀਨਸ ਵਾਟ, ਆਈ ਵਿਲ ਗਿਵ ਯੂ ਐਨ ਐਗਜ਼ਾਮਪਲ ਹੇਅਰ। ਰਾਵਣ ਜਿਹੜਾ ਸੀਗਾ ਨਾ, ਉਹਨੇ ਭਗਤੀ ਕੀਤੀ, ਉਹਨੇ ਆਪਣਾ ਸਿਰ ਆਪਣੇ ਇਸ਼ਟ ਦੇਵ ਨੂੰ 10 ਵਾਰੀ ਵੱਢ ਕੇ ਦਿੱਤਾ। ਹੀ ਕੱਟ ਹਿਸ ਹੈਡ, ਹੀ ਗਿਵ ਇਟ ਟੂ ਹਿਸ ਇਸ਼ਟ ਦੇਵ ਪੂਜਾ ਵਾਸਤੇ। ਉਹ ਸਿਰ ਫਿਰ ਲੱਗ ਜਾਂਦਾ ਸੀ, ਇਹਨੇ ਕੱਟ ਕੇ ਫਿਰ ਦੇਣਾ। ਇਹਨੇ 10 ਵਾਰੀ ਐਸਾ ਕੀਤਾ, 10 ਵਾਰੀ ਇਹਨੇ ਐਸਾ ਕੀਤਾ ਰਾਵਣ ਨੇ। ਪਰ ਰਾਵਣ gave his physical head but he didn't give his human, he didn't give his self ਆਪਣੇ ਕੋਲ ਰੱਖੇ। ਤਾਂ ਹੀ ਮਹਾਰਾਜ ਇੱਥੇ ਕਹਿੰਦੇ ਨਾ, ਸਿਰ ਦੀਜੇ ਆਪ ਗਵਾਏ, ਆਪਣੇ ਆਪ ਨੂੰ ਗਵਾਉਣਾ ਹੀ ਨਾਲ ਦੀ ਨਾਲ। ਸਿਰ ਵੀ ਦੇਣਾ ਤੇ ਆਪਣੇ ਆਪ ਨੂੰ ਗਵਾਉਣਾ ਵੀ ਹੈ। Don't think that you have given। तो इस करके रावण मारिया गया, because he was limited to himself। ਉਹਦਾ ਸੈਲਫ, ਉਹਦੀ ਹਉਮੈ ਹਜੇ ਉਹਦੇ ਅੰਦਰ ਸੀਗੀ, ਤਾਂ ਹੀ ਉਹ ਮਾਰਿਆ ਗਿਆ। ਜੇ ਕਿਤੇ ਉਹ ਆਪਣੇ ਆਪ ਨੂੰ ਗਵਾ ਦਿੰਦਾ ਫੇਰ ਨਹੀਂ ਉਹਨੂੰ ਕੋਈ ਮਾਰ ਸਕਦਾ ਸੀਗਾ। ਇਸ ਕਰਕੇ ਆਪਾਂ ਵੀ ਮਾਰੇ ਜਾਂਦੇ ਆ। ਆਪਾਂ ਦੇਖੋ ਸਿਰ ਵੀ ਦੇ ਦਿੱਤਾ, ਫਿਰ ਆਪਾਂ ਕਹੀਏ ਹਾਂ ਮੈਂ ਸਿਰ ਦਿੱਤਾ ਸੀਗਾ। ਨੋ ਭਾਈ, ਇਹ ਵੀ ਗੱਲ ਨਹੀਂ ਕਹਿਣੀ। ਆਪਣੇ ਆਪ ਨੂੰ ਗਵਾਉਣਾ ਹੈ। ਸੋ ਅੱਗੇ ਸਵਾਲ ਇੱਕ ਆਉਂਦਾ ਹੈ, ਸਵਾਲ ਕੀ ਹੈ? ਕਵਨ ਸੋ ਜੁਗਤ ਜਿਤ ਕਰ ਭੀਜੈ। ਕਹਿੰਦੇ ਮੈਂ ਕੀ ਕਰਾਂ ਜਿਹਦੇ ਕਰਕੇ ਮੇਰਾ ਪਰਮੇਸ਼ਰ, ਮੇਰਾ ਗੁਰੂ ਮੇਰੇ ਤੇ ਖੁਸ਼ ਹੋ ਜਾਵੇ। ਉਹਦਾ ਆਨਸਰ ਵੀ ਬੜਾ ਸਿੰਪਲ ਹੈ, ਮਨ ਤਨ ਅਰਪੀ। ਤਨ ਵੀ ਅਰਪ ਦਿਓ, ਮਨ ਵੀ ਅਰਪ ਦਿਓ, ਸੇਵ ਕਰੀਜੈ। ਤੁਸੀਂ ਸੇਵਾ ਕਰਨੀ।
सब कुछ दे के भी तू सेवा करनी है, उसकी सेवा विच तू लगना है। देखो हुण आपां भी दंदे आ ना, आपां कहंदे हाँ जी मैं तो सेवा नहीं हुंदी, आई जस्ट गिव मनी ला। नो भाई, इट्स नॉट इनफ। सब कुछ दे के भी सेवा करनी, अपने आप नूं सेवादार अखाउणा है। जे दत्ता गुरु ने गुरु दे घर दे विच कबूल होया, महाराज दा धन्नवाद करो, महाराज तुसीं कबूल कर लिया है। पातशाह जी रहमतां कीतियां। अगे एक आपां होर एक ਜਿਹੜਾ ਹਨ ਕਵਿਤ ਦਾ ਵਿਚਾਰ ਕਰਾਂਗੇ। तो देखो ਇੱਥੇ ਹੁਣ ਇਹ ਅਰਪਣ ਕਰਕੇ ਤੁਹਾਨੂੰ ਕੀ ਮਿਲਦਾ ਹੈ? ਵਾਟ ਵਿਲ ਯੂ ਗੈਟ ਇਨ ਰਿਟਰਨ? ਕਹਿੰਦੇ ਮਨ ਤਨ ਬੁੱਧ ਅਰਪੀ ਠਾਕੁਰ ਕੋ, ਜਿਨ੍ਹਾਂ ਨੇ ਆਪਣਾ ਮਨ ਦੇਤਾ, ਆਪਣਾ ਸਰੀਰ ਦੇਤਾ, ਆਪਣੀ ਬੁੱਧੀ, ਆਪਣੀ ਇੰਟੈਲੈਕਟ, ਆਪਣੀ ਸੋਚ, ਆਪਣੀ ਸਿਆਣਪ, ਇਹ ਜਿਹੜੀ ਹਨ ਅਰਪ ਦਿੱਤੀ ਕਿਹਨੂੰ? ਠਾਕੁਰ ਕੋ, ਉਹ ਠਾਕੁਰ ਮਾਲਿਕ ਪਰਮਾਤਮਾ ਨੂੰ। ਕਹਿੰਦੇ ਤਬ ਹਮ ਸਹਿਜ ਸੋਏ, ਤੇ ਫਿਰ ਅਸੀਂ ਉਹ ਸਹਿਜ ਅਵਸਥਾ ਦੇ ਵਿੱਚ ਆਪਣੇ ਮਨ ਨੂੰ ਸਵਾ ਲਿਆ। That means ਉਹ ਗਿਆਨ ਅਵਸਥਾ ਵਿੱਚ ਸਾਡਾ ਮਨ ਲੀਨ ਹੋ ਗਿਆ। My mind doesn't exist anymore. It's only the Guru. Guru exists within my eyes, within my ears, within my nose, within my skin, within my tongue. ਸਭ ਕਿਤੇ ਗੁਰੂ ਵਸਦਾ ਹੈ, ਉੱਥੇ ਹੁਣ ਮੈਂ ਹੈ ਨਹੀਂ। ਸੋ ਮਹਾਰਾਜ ਜੀ ਦੇਖੋ ਇਹਦੇ ਵਿੱਚ ਕਿੰਨਾ ਕਵਿਤ ਵਿੱਚ ਭਾਈ ਗੁਰਦਾਸ ਜੀ ਕਿੰਨਾ ਸੋਹਣਾ ਦੱਸਦੇ ਨੇ। ਦੇਖੋ ਇਹ ਗੱਲ ਜਿਹੜੀ ਆ ਨੋਟ ਕਰਿਓ, ਦੇਖੋ ਕਿੰਨਾ ਸੋਹਣਾ ਕਵਿਤਾ ਹੈ ਇਹ। ਕਹਿੰਦੇ ਜੈਸੇ ਜਨਮਤ ਕੰਨਿਆ ਦੀਜੈ ਦਹੇਜ ਘਣੋ। ਕਹਿੰਦੇ ਕਿ ਦੇਖੋ ਜਦੋਂ ਪੁੱਤਰੀ ਜੰਮਦੀ ਆ ਨਾ, ਕਹਿੰਦੇ ਲੋਕਾਂ ਨੂੰ ਫਿਕਰ ਲੱਗ ਜਾਂਦਾ ਇਹ ਵੱਡੀ ਹੋਊਗੀ, ਇਹਦਾ ਵਿਆਹ ਕਰਨਾ ਹੈ। ਜਦੋਂ ਵਿਆਹ ਕਰਨਾ ਦਹੇਜ ਦੇਣਾ ਪਵੇਗਾ, ਮੁੰਡੇ ਵਾਲਿਆਂ ਨੂੰ, ਲੜਕੇ ਵਾਲਿਆਂ ਨੂੰ ਦਹੇਜ ਦੇਣਾ ਪਵੇਗਾ। ਕਹਿੰਦੇ ਉਹ ਜਿਹੜੀ ਹੈ ਨਾ, ਕਹਿੰਦੇ ਤਾਂ ਕਿ ਸੁੱਤ ਆਗੇ ਵਿਆਹੇ ਬਹੁ ਪੁੰਨ ਲੀਜੀਏ। ਹੁਣ ਹਿਸਾਬ ਕਰੋ, ਇਹ ਲੜਕੀ ਦਾ ਵਿਆਹ ਹੋਇਆ, she got married by giving dahej. So she gave dahej to one man, but then after the marriage ਉਹਦੇ ਘਰ ਦੇ ਵਿੱਚ she gives birth to maybe 4 or 5 sons. When they get married, her ਧਨ, her ਦਾਜ, in return she's going to get 5 times 5. ਉਹਨੇ ਇੱਕ ਨੂੰ ਦਿੱਤਾ, ਆ ਕੇ ਆਪਣੇ ਘਰ ਵਾਲੀ ਦੀ ਸੇਵਾ ਕਰਕੇ, ਘਰ ਨੂੰ ਸੰਭਾਲ ਕੇ ਉਹਨੇ 5 ਪੁੱਤਰਾਂ ਨੂੰ ਜਨਮ ਦਿੱਤਾ। 5 ਪੁੱਤਰਾਂ ਦਾ ਵਿਆਹ ਹੋਇਆ, 5 ਘਰਾਂ ਨੇ ਉਹਨੂੰ ਦਾਜ ਦਿੱਤਾ। ਕਿੰਨਾ ਵੱਡਾ ਹੋ ਗਿਆ। ਉਹਨੇ ਇੱਕ ਨੂੰ ਦਿੱਤਾ, 5 ਲਏ ਉਹਨੇ। ਹੁਣ ਦੇਖੋ ਅੱਗੇ, ਜੈਸੇ ਦਾਮ ਲਾਇਤ ਪ੍ਰਥਮ ਵਣਜ ਵਿਖੇ। ਹੁਣ ਲੋਕ ਕੈਪੀਟਲ ਇਨਵੈਸਟਮੈਂਟ ਕਰਦੇ ਨੇ ਬਿਜ਼ਨਸ ਦੇ ਵਿੱਚ। ਤੁਸੀਂ ਲੈ ਕੇ ਪੈਸੇ ਆਪਣੇ ਬਿਜ਼ਨਸ ਵਿੱਚ ਪਾਓ, ਦੈਟ ਇਜ਼ ਯੋਰ ਇਨਵੈਸਟਮੈਂਟ। ਤੇ ਕਹਿੰਦੇ ਪਾਛੇ ਲਾਭ ਹੋਤ ਮਨ ਕੁਝ ਨਾ ਕੀਜੀਏ। ਫਿਰ ਕਹਿੰਦੇ ਉਹਦਾ ਲਾਭ ਹੁੰਦਾ, ਉਹਦੀ ਪ੍ਰੋਫਿਟ ਹੁੰਦੀ ਹੈ। ਫਿਰ ਕੌਣ ਪੁੱਛਦਾ ਹੈ ਵੀ ਤੇਰਾ ਕੈਪੀਟਲ ਕਿੰਨਾ ਸੀ, ਤੇਰਾ ਪ੍ਰੋਫਿਟ ਕਿੰਨਾ ਹੋ ਗਿਆ? ਫਿਰ ਤਾਂ ਕਹਿੰਦੇ ਜਿੰਨਾ ਹੋਇਆ, ਜਿੰਨਾ ਆਵੇ ਉਨਾ ਹੀ ਚੰਗਾ ਹੈ ਨਾ। ਕਿੰਨੇ ਗੁਣਾ ਉਹ ਕੈਪੀਟਲ ਵੱਧ ਜਾਂਦਾ ਓਵਰ ਦ ਟਾਈਮ, ਦ ਬਿਜ਼ਨਸ ਗਰੋਜ਼। ਫਿਰ ਨਹੀਂ ਕੋਈ ਪੁੱਛਦਾ। ਹੁਣ ਤੀਜਾ ਐਗਜ਼ਾਮਪਲ ਦਿੰਦੇ ਨੇ, ਜੈਸੇ ਗਊ ਸੇਵਾ ਕੇ। ਆ ਬਹੁਤ ਸੋਹਣਾ ਐਗਜ਼ਾਮਪਲ ਆ। ਕਹਿੰਦੇ ਗਊ, ਤੁਸੀਂ ਇੱਕ ਗਾਈ ਆਪਣੇ ਘਰ ਵਿੱਚ ਰੱਖ ਲਓ, ਬਛੜਾ ਰੱਖ ਲਓ, ਬਛੜੇ ਨੂੰ ਤੁਸੀਂ ਪਿਆਰ ਨਾਲ ਪਾਲੋ, ਉਹਨੂੰ ਖਾਣਾ ਦਿਓ, ਉਹਨੂੰ ਘਾਹ ਦਿਓ, ਜੋ ਮਰਜੀ ਉਹਨੂੰ ਦੇਣਾ ਦਿਓ, ਖੁਰਾਕ ਦਿਓ। ਕਹਿੰਦੇ ਸਹਿਤ ਪ੍ਰਤਪਾਲੀਅਤ, ਕਹਿੰਦੇ ਉਹਨੂੰ ਬੜੇ ਪਿਆਰ ਨਾਲ ਤੁਸੀਂ ਉਹਨੂੰ ਪਾਲੋ, ਉਹਦੀ ਪ੍ਰਤਪਾਲਨਾ ਕਰੋ। ਕਹਿੰਦੇ ਸਕਲ ਅਖਾਦ ਵਾਕੋ ਦੁੱਧ ਦੋਹੇ ਪੀਜੀਏ। ਉਹਨੂੰ ਤੁਸੀਂ ਉਹ ਚੀਜ਼ ਦੇ ਰਹੇ ਹੋ ਜੋ ਤੁਸੀਂ ਨਹੀਂ ਖਾਂਦੇ। ਘਾਹ ਤੁਸੀਂ ਖਾਂਦੇ ਹੋ? ਨਹੀਂ ਖਾਂਦੇ ਨਾ। ਤੁਸੀਂ ਆਟਾ ਜਿਹੜਾ ਹੈ ਕੱਚਾ ਖਾਂਦੇ ਹੋ? ਨਹੀਂ ਖਾਂਦੇ ਹੋ। ਕਹਿੰਦੇ ਉਹ ਸਾਰੀਆਂ ਚੀਜ਼ਾਂ ਤੁਸੀਂ ਉਹਨੂੰ ਖਿਲਾਉਂਦੇ ਜਿਹੜੇ ਤੁਸੀਂ ਆਪ ਨਹੀਂ ਖਾਂਦੇ, ਪਰ ਉਹ ਗਾਂ ਤੁਹਾਨੂੰ ਇਨ ਰਿਟਰਨ ਕੀ ਦਿੰਦੀ ਹੈ? ਦੁੱਧ। ਤੁਸੀਂ ਉਹ ਚੀਜ਼ ਦਿੱਤੀ ਜੋ ਤੁਹਾਡੇ ਖਾਣ ਵਿੱਚ ਨਹੀਂ ਆਉਂਦੀ, ਜੋ ਤੁਹਾਡੇ ਕੰਜ਼ੰਪਸ਼ਨ 'ਚ ਨਹੀਂ ਆਉਂਦੀ। ਤੁਸੀਂ ਉਹ ਚੀਜ਼ ਦੇ ਕੇ ਉਹ ਗਾਂ ਨੇ ਬਦਲੇ ਵਿੱਚ ਤੁਹਾਨੂੰ ਦੁੱਧ ਦਿੱਤਾ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਤਨ ਮਨ ਤਨ ਅਰਪ ਸਰਨ ਗੁਰ। ਕਹਿਣਗੇ ਇਸ ਕਰਕੇ ਹੋਏ ਗੁਰਸਿੱਖੋ, ਆਪਣਾ ਤਨ, ਆਪਣਾ ਮਨ, ਆਪਣਾ ਤਨ ਸਭ ਕੁਝ ਗੁਰੂ ਨੂੰ ਦੇ ਦਿਓ, ਤੁਸੀਂ ਅਰਪਣ ਕਰ ਦਿਓ ਤੇ ਸ਼ਰਨ ਲੈ ਲਓ ਗੁਰੂ ਦੀ। ਗੁਰੂ ਦੀ ਸੈਂਚਰੀ ਵਿੱਚ ਚਲੇ ਜਾਓ। ਗੁਰੂ ਕੀ ਦੇਵੇਗਾ ਤੁਹਾਨੂੰ? ਆ ਸੁਣੋ, ਕਹਿੰਦੇ ਦੀਖਿਆ ਦਾਨ ਲੈ ਅਮਰ ਸਦ ਸਦ ਜੀਜੀਏ। ਗੁਰੂ ਮਹਾਰਾਜ ਤੁਹਾਨੂੰ ਕੀ ਦਿੰਦੇ ਨੇ? ਤੁਹਾਨੂੰ ਉਹ ਚੀਜ਼ ਦਿੰਦੇ ਨੇ ਜਿਹੜੀ ਮਾਇਆ ਨਹੀਂ ਖਰੀਦ ਸਕਦੀ। ਕਹਿੰਦੇ ਦੀਖਿਆ ਦਾਨ ਲੈ, ਗੁਰੂ ਮਹਾਰਾਜ ਤੁਹਾਡਾ ਦਾਨ ਲੈ ਕੇ ਅਮਰ ਸਦ ਸਦ ਜੀਜੀਏ, ਤੁਸੀਂ ਸਦਾ ਵਾਸਤੇ ਜਿਉ ਸਕਦੇ ਹੋ। ਮਹਾਰਾਜ ਤੁਹਾਨੂੰ ਕਿੰਨੇ ਵੱਧ ਜਿਹੜਾ ਕੁਝ ਦਿੰਦਾ ਹੈ, ਕਿੰਨਾ ਵੱਧ ਤੁਹਾਨੂੰ ਜਿਹੜਾ ਅੱਗੇ ਕਿੰਨਾ ਤੁਹਾਨੂੰ ਵੱਡਾ ਕਰ ਦਿੰਦਾ ਹੈ। ਤੁਹਾਨੂੰ ਉਹ ਅਵਸਥਾ ਦਿੰਦਾ ਹੈ ਜਿਹੜਾ ਤੁਸੀਂ ਪਰਮਾਤਮਾ ਨੂੰ ਦੇਖ ਸਕਦੇ ਹੋ, ਤੁਸੀਂ ਪਰਮਾਤਮਾ ਨਾਲ ਮਿਲ ਸਕਦੇ ਹੋ। ਤੁਸੀਂ ਜਿਹੜਾ ਹਨ ਸੀਕ੍ਰੇਟ ਆਫ ਲਾਈਫ ਨੂੰ ਤੁਸੀਂ ਐਕਸਪਲੋਰ ਕਰ ਲਿਆ, ਤੁਹਾਨੂੰ ਪਤਾ ਲੱਗ ਗਿਆ ਜੀਵਨ ਕੀ ਹੈ। ਐਵਰੀਥਿੰਗ ਇਜ਼ ਕਲੀਅਰ ਬਿਫੋਰ ਯੋਰ ਆਈਜ਼। ਸਭ ਕੁਝ ਤੁਹਾਨੂੰ ਕਲੀਅਰ ਹੋ ਗਿਆ। ਤੇ ਇਹ ਜਿਹੜਾ ਧਨ, ਇਹ ਜਿਹੜਾ ਦੇਖੋ, ਇਹ ਧਨ ਜਿਹੜਾ ਤੁਹਾਨੂੰ ਮਿਲਦਾ ਹੈ ਨਾ, not even a cent you're going to take after your death. Your death you're going to be empty handed ਨਾ। ਕਹਿੰਦੇ ਨਾ ਸਿਕੰਦਰ ਦੀ ਸਾਖੀ ਆਉਂਦੀ ਆ ਨਾ, ਉਹ ਕਹਿੰਦਾ ਮਰਿਆ ਹੋਇਆ
ਮੇਰੇ ਹੱਥ ਤੁਸੀਂ ਬਾਹਰ ਕੱਢਦੇ ਹੋ, ਜਦੋਂ ਮੈਨੂੰ ਮੇਰੀ ਡੈਡ ਬੋਡੀ ਲੈ ਕੇ ਚੱਲੇ ਮੇਰੇ ਹੱਥ ਬਾਹਰ ਕੱਢਦੇ ਹੋ। ਉਹ ਕਹਿੰਦੇ ਕੀ ਗੱਲ? ਕਹਿੰਦੇ ਮੈਂ ਦਿਖਾਉਣਾ ਚਾਹੁੰਦਾ ਦੁਨੀਆ ਨੂੰ, I have conquered the world, but today I'm dying. I'm going towards my graveyard and my hands are empty. ਮੇਰੇ ਹੱਥ ਖਾਲੀ, ਤੁਸੀਂ ਕੀ ਲੈ ਜਾਣਾ? ਤੇ ਜਿਹੜੀ ਚੀਜ਼ ਤੁਸੀਂ ਨਾਲ ਨਹੀਂ ਲੈ ਕੇ ਜਾਣੀ ਨਾ, ਉਹ ਚੀਜ਼ ਨੂੰ ਤੁਸੀਂ ਗੁਰੂ ਨੂੰ ਅਰਪ ਕਰਦੇ ਹੋ ਤੇ ਗੁਰੂ ਤੁਹਾਨੂੰ ਕੀ ਦੇਵੇਗਾ? ਮੁਕਤੀ ਦੇਵੇਗਾ। ਗੁਰੂ ਤੁਹਾਨੂੰ ਉਹ ਦੇਵੇਗਾ ਜਿਹੜਾ ਤੁਹਾਨੂੰ ਕੋਈ ਦੇ ਨਹੀਂ ਸਕਦਾ। ਲੋਕ ਕਹਿੰਦੇ ਨਾ, you want to give your child a fish or teach him fishing? ਉਹਦਾ ਨਾ ਮੈਨੂੰ ਐਗਜ਼ੈਕਟਲੀ ਵਰਡ ਨਹੀਂ ਆਉਂਦੇ। ਫਿਸ਼ਿੰਗ ਸਿਖਾਉਣੀ ਜਾਂ ਫਿਸ਼ ਦੇਣੀ ਆ, ਕੀ ਆ? ਉਹੀ ਗੱਲ ਆ ਗਈ ਨਾ ਇੱਥੇ। ਤੁਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਣਾ ਹੈ? ਜ਼ਹਿਰ ਦੇ ਕੇ ਜਾਣੀ ਹੈ ਜਿਹਦੇ ਕਰਕੇ ਉਹ ਲੜਨਗੇ, ਪੈਸਾ ਦੇਣਗੇ। ਪਰ ਜੇ ਤੁਸੀਂ ਉਹਨਾਂ ਨੂੰ ਵਪਾਰ ਕਰਨਾ ਸਿਖਾ ਦਿਓ, ਉਹਨਾਂ ਨੂੰ ਸਹੀ ਤਰੀਕਾ ਦੱਸ ਦਿਓ ਵੀ ਧਨ ਨੂੰ ਤੁਸੀਂ ਕਿਵੇਂ ਵਰਤਣਾ ਹੈ, ਤਾਂ ਹੀ ਫਿਰ ਕੁਝ ਬਣੇਗਾ ਨਾ। ਸੋ ਇਸੇ ਤਰ੍ਹਾਂ ਹੀ ਕਰਕੇ ਇਹ ਜਿਹੜਾ ਹੈ ਨਾ ਵੈਰੀ ਇੰਪੋਰਟੈਂਟ ਆ। ਤੁਸੀਂ ਦੰਦੇ ਬਹੁਤ ਥੋੜਾ ਹੈ, ਯੂ ਗਿਵ ਵੈਰੀ ਲਿਟਲ। ਹੁਣ ਜਿਵੇਂ ਅਕਬਰ ਦੀ ਇੱਕ ਸਾਖੀ ਇੱਥੇ ਆਉਂਦੀ ਆ, ਲੈਟ ਮੀ ਸ਼ੇਅਰ ਵਿਦ ਯੂ। ਅਕਬਰ ਨੇ ਇੱਕ ਵਾਰੀ ਇੱਕ ਐਸਟਰੋਲੋਜਰ ਨੂੰ ਸੱਦਿਆ। ਐਸਟਰੋਲੋਜਰ ਨੂੰ ਪੁੱਛਦਾ ਹੈ ਕਿ ਦੱਸ ਮੈਨੂੰ ਇਹ ਕਿੰਗਡਮ ਕਿਵੇਂ ਮਿਲਿਆ, ਮੈਂ ਕੀ ਕਰਮ ਕੀਤਾ ਹੋਏਗਾ in the past life that I got my so big kingdom with me, because he was born into a royal family. ਕਹਿੰਦੇ ਮੈਨੂੰ ਫ੍ਰੀ ਦਾ ਮਿਲਿਆ, I never did anything for this. ਸੋ ਉਹ ਕਹਿੰਦਾ, ਉਹਨੇ ਐਸਟਰੋਲੋਜਰ ਨੇ ਇਹਦਾ ਪੜ੍ਹਿਆ ਸਾਰਾ ਸ਼ਾਸਤਰ ਜੀ ਪੜ੍ਹੇ। ਇਹਨੂੰ ਕਹਿੰਦਾ ਪਿਛਲੇ ਜਨਮ ਦੇ ਵਿੱਚ ਤੂੰ ਇੱਕ ਹਿੰਦੂ ਸੀ, ਤੂੰ ਗਰੀਬ ਹਿੰਦੂ ਸੀਗਾ, ਤੇਰੇ ਕੋਲ ਇੱਕ ਲੋਟਾ ਹੀ ਸੀ ਤੇਰੇ ਕੋਲ। You had only one thing with you, one lota, that's it, one vessel, ਉਹੀ ਸੀ ਤੇਰੇ ਕੋਲ। One day ਕਹਿੰਦੇ ਤੂੰ ਗੰਗਾ ਵਿੱਚ ਗਿਆ, everybody was giving something more or less to the ਗੰਗਾ, ਸਾਰੀ ਚੀਜ਼ਾਂ ਸੱਟ ਰਹੇ ਸੀ ਗੰਗਾ ਵਿੱਚ, ਕੋਈ ਗੋਲ ਸੜਦਾ, ਕੋਈ ਸੜਦਾ। ਕਹਿੰਦੇ ਤੇਰੇ ਮਨ 'ਚ ਚਾਹ ਆਇਆ ਕਿ ਮੈਂ ਵੀ ਸੱਟਾਂ ਕੁਛ ਇਹਦੇ ਵਿੱਚ। ਉਹਨੂੰ ਕਹਿੰਦੇ ਤੂੰ ਆਪਣਾ ਲੋਟਾ ਚੱਕ ਕੇ ਸੜਤਾ। Now he had only that one lota, okay? Now it's not a matter of you have 1 million or you're donating 10 million or you're donating 1 ringgit. No. How much you have? What's the percentage of your giving? ਗੱਲ ਉਹ ਹੈ। ਸੋ ਉਹ ਕਹਿੰਦੇ you had only that with you. ਤੂੰ ਸੱਟ ਦਿੱਤਾ, ਉਹਦੇ ਬਦਲੇ ਤੈਨੂੰ ਰਾਜ ਮਿਲੇ। ਦੇਖੋ ਇਸੇ ਤਰ੍ਹਾਂ ਹੀ ਆ ਨਾ, ਇਹ ਸੌਦਾ ਬੜਾ ਸਿੰਪਲ ਹੈ ਪਰ ਗੁਰੂ ਨੂੰ ਦਿੱਤਾ ਹੋਇਆ। ਦੇਖੋ ਉਹ ਅਕਬਰ ਨੇ ਸੱਟਿਆ, ਉਹਨੇ ਇੱਛਾ ਕੀਤੀ ਕਿ ਗੰਗਾ ਮੈਨੂੰ ਕੁਝ ਦਵੇ, ਉਹਨੂੰ ਰਾਜ ਮਿਲ ਗਿਆ। ਪਰ ਸਿੱਖ ਜਦੋਂ ਦਿੰਦਾ ਹੈ ਉਹ ਆਪਣੇ ਆਪ ਨੂੰ ਗਵਾਉਂਦਾ ਹੈ, ਉਹ ਮਹਾਰਾਜ ਦੇ ਭਾਣੇ ਵਿੱਚ ਚੱਲਦਾ ਹੈ। ਕੀ ਹੁੰਦਾ? ਉਹਨੂੰ ਮੁਕਤੀ ਮਿਲਦੀ ਹੈ, ਉਹਨੂੰ ਗੁਰੂ ਮਿਲਦਾ ਹੈ, ਉਹ ਪਰਮਾਤਮਾ ਨਾਲ ਇੱਕ ਹੋ ਜਾਂਦਾ ਹੈ। ਸੇ ਸਿੱਖ ਥਿੰਕਸ ਈਵਨ ਮੋਰ ਫਰਦਰ ਦੈਨ ਦਿਸ। ਸੋ ਇੱਥੇ ਜਿਹੜੇ ਐਡਵਾਈਸ ਹੈ, ਆਪਣੇ ਆਪ ਨੂੰ ਆਪਾਂ ਕੀ ਐਡਵਾਈਸ ਦੇਣੀ ਹੈ? ਮਹਾਰਾਜ ਦੇਖੋ ਕਿੰਨਾ ਸੋਹਣਾ ਸ਼ਬਦ ਚ ਲਿਖਦੇ ਹਨ, ਮਨ ਤੂੰ ਮਤ ਮਾਨ ਕਰੈ, ਹੇ ਮੇਰਾ ਮਨ ਤੂੰ ਮਾਨ ਨਾ ਕਰ। ਡੋਂਟ ਬੀ ਪ੍ਰਾਈਡਫੁਲ ਆਫ what you have or what you possess or what you know। ਕਹਿੰਦੇ ਜੇ ਹੋਂ ਕਿਛ ਜਾਣਦਾ, ਕਹਿੰਦੇ ਇਹ ਵੀ ਨਾ ਕਹਿ ਵੀ ਮੈਂ ਜਾਣਦਾ ਹਾਂ, ਮੈਂ ਇਹ ਜਾਣਦਾ ਹਾਂ, ਵੈਰੀ ਕਲੈਵਰ, ਮੈਂ ਇੰਟੈਲੀਜੈਂਟ ਹਾਂ ਜੀ, ਇਹ ਆ। ਗੁਰਮੁਖ ਨਿਮਾਣਾ ਹੋ, ਤੂੰ ਨਿਮਾਣਾ ਹੋ ਜਾ, ਆਪਣੇ ਮਨ ਨੂੰ ਛੱਡ ਦੇ, ਨਿਮਾਣਾ ਹੋ ਕੇ ਰਹਿ। ਦੂਸਰੀ ਗੱਲ, ਅੰਤਰ ਅਗਿਆਨ ਹਉ ਬੁੱਧ ਹੈ। ਕਹਿਣ ਲੱਗੇ ਅੰਦਰ ਜਿਹੜੀ ਅਗਿਆਨਤਾ ਦੀ ਬੁੱਧੀ ਹੈ, the intellect which is influenced by your ignorance। ਕਹਿੰਦੇ ਸੱਚ ਸ਼ਬਦ ਮਲ ਖੋ, ਸ਼ਬਦ ਨੂੰ ਪੜ੍ਹ ਕੇ ਉਹ ਆਪਣੇ ਇੰਟੈਲੈਕਟ ਨੂੰ ਤੂੰ ਸਾਫ਼ ਕਰ, ਉਹਦੇ ਵਿੱਚੋਂ ਭੁਲੇਖਿਆਂ ਨੂੰ ਬਾਹਰ ਕੱਢ ਤੇ ਫਿਰ ਹੋ ਨਿਮਾਣਾ ਸਤਿਗੁਰੂ ਅੱਗੇ। ਇੰਨਾ ਕੁਝ ਕਰਕੇ ਗੁਰੂ ਦੇ ਅੱਗੇ ਨਿਮਾਣਾ ਹੋ ਜਾ ਕਿ I don't know anything, ਮੈਂ ਕੁਝ ਨਹੀਂ ਜਾਣਦਾ। ਮਤ ਕਿਛ ਆਪ ਲਿਖਾਵਹਿ, ਕਿਤੇ ਵੀ ਆਪਣੇ ਆਪ ਨੂੰ ਕੁਝ ਲਿਖਾਉਣਾ ਨਹੀਂ ਵੀ ਮੈਂ ਇਹ ਹਾਂ, ਮੈਂ ਉਹ ਹਾਂ। ਨੋ, ਯੂ ਆਰ ਨਥਿੰਗ। ਫਿਰ ਆਪਣੇ ਅਹੰਕਾਰ ਜਗਤ ਜਲਿਆ। ਦੇਖੋ ਕੌਨਸੀਕੁਐਂਸਸ ਕੀ ਹੈ? ਜਿਹੜੇ ਬੰਦੇ ਆਪਣੇ ਮਨ ਨੂੰ ਨਹੀਂ ਛੱਡਦੇ, ਯੂ ਨੋ ਵਾਟ ਹੈਪਨਸ ਟੂ them, ਆਪਣੇ ਅਹੰਕਾਰ, ਉਹ ਆਪਣੇ ਅਹੰਕਾਰ ਵਿੱਚ ਆਪੇ ਹੀ ਸੜੀ ਜਾਂਦੇ। See your fire, you burn yourself in that fire। ਹੰਕਾਰ ਇੱਕ ਫਾਇਰ ਹੈ ਜਿਹਦੇ ਵਿੱਚ ਬੰਦਾ ਆਪ ਹੀ ਉਹ ਅੱਗ ਨੂੰ ਵਧਾਉਂਦਾ ਹੈ ਤੇ ਆਪਣੇ ਆਪ ਨੂੰ ਵਿੱਚੇ ਸਾੜੀ ਜਾਂਦਾ ਹਰ ਵੇਲੇ। ਤੇ ਕਿ ਮਤ ਤੂੰ ਆਪਣਾ ਆਪ ਗਵਾਵਹਿ, ਮਤ ਤੂੰ, ਇੱਥੇ ਜਿਹੜਾ ਹਨ ਚਮਕੀ ਲੱਗੂਗੀ, ਮਤ ਤੂੰ, ਹੇ ਮਤ ਤੂੰ ਆਪਣਾ ਆਪ ਗਵਾਵਹਿ, ਤੂੰ ਆਪਣੇ ਆਪ ਨੂੰ ਗਵਾ ਲਾ। ਲੀਵ yourself, abandon yourself, abandon your pride। ਕਹਿੰਦੇ ਸਤਿਗੁਰੂ ਕੇ ਭਾਣੇ ਕਰਹਿ ਕਾਰ, ਤੂੰ ਸਤਿਗੁਰੂ ਦੇ ਭਾਣੇ ਵਿੱਚ ਆ ਜਾ ਤੇ ਉਵੇਂ ਤੂੰ ਚੱਲ ਜਿਵੇਂ ਸਤਿਗੁਰੂ ਚਾਹੁੰਦੇ ਆ ਤੂੰ ਕਰੇ। ਸਤਿਗੁਰੂ ਦੇ ਭਾਣੇ ਵਿੱਚ ਚੱਲਣ ਦਾ ਮਤਲਬ ਤਾਂ ਕੀ ਆ? ਜਿਵੇਂ ਹੁੰਦਾ ਉਹਦੇ ਵਿੱਚ ਤੁਸੀਂ ਖੁਸ਼ ਰਹੋ। Don't even have the regret of the past or don't have the hopes of the future. Just treat the day as the day, that's it. The moment as a moment। ਵੀ ਇਹੀ ਪਾਤਸ਼ਾਹ ਦੀ ਮਰਜ਼ੀ, ਉਹਦੇ ਵਿੱਚ ਆਪਣੀ ਮਰਜ਼ੀ ਨਾ ਪਾ।
Never say it should be like that, it should be like that, it should be this, it should be that. No, it is like that. Accept करो, वो चीज नू मनो भी मेरे पातशाह ने कीती है। ते कहंदे इह करके इयों कहे नानक आप छड्ड सुख पावै। महाराज कहंदे गुरु नानक साहब जी कहंदे ना आप छड्ड, जिन्हां ने अपने आप नू छड्डिया ओही सुख पाउंदे ने, अदरवाइज कैन नेवर बी हैप्पी है। इफ यू वांट टू बी हैप्पी, महाराज कहंदे इयों कहे नानक आप छड्ड सुख पावै। सुख नू पा लो, अपने आप नू छड्ड दिओ ते कहंदे मन निमाणा होए रहो, मन निमाणा होके रवे हर वे। सतगुरु जी मेरे हत्थ विच कुछ भी देखो ना, किन्नियां चीज़ां ने ਜਿਹੜੀਆਂ ਤੁਹਾਡੇ ਹੱਥੋਂ ਬਾਹਰ ਨੇ, ਤੁਹਾਡੇ ਕੰਟਰੋਲ ਤੋਂ ਬਾਹਰ ਨੇ। ਤੁਸੀਂ ਪੌੜੀਆਂ ਉਤਰਦੇ ਹੋ, ਤੁਸੀਂ ਲਿਫਟ ਤੇ ਉਤਰਦੇ ਹੋ, ਕਿੰਨੀਆਂ ਚੀਜ਼ਾਂ ਤੁਹਾਡੇ ਕੰਟਰੋਲ ਤੋਂ ਬਾਹਰ ਨੇ। ਇਨ ਅ ਸਮਾਲ ਐਕਸ਼ਨਸ ਲਾਈਕ ਦਿਸ, ਲਿਫਟ ਖੜ ਜਾਵੇ, ਲਿਫਟ ਸੜ ਜਾਵੇ, ਲਿਫਟ ਦੀ ਰੱਸੀ ਟੁੱਟ ਜਾਵੇ, ਕਿੰਨੇ ਕਨਸੀਕੁਐਂਸਸ ਆ ਜੀ। ਯੂ ਆਰ ਨਾਟ ਇਨ ਕੰਟਰੋਲ। So everything that you do, there is a lot of other things that is out of your control. But realizing this fact is very important कि महाराज दे विल विच, महाराज दे पाणी विच रहना है। तो हुण कंक्लूजन ते आइए, कहंदे देखो अर्पणा जिहड़ा हुंदा है अपने आप नूं सबमिट करना, सरैंडर करना। ते इहदे विच की वर्ड की है, की लर्निंग पॉइंट की है कि परमात्मा दे पाणी विच आ जाओ। नेवर इंटरफेयर विथ हिज पाणा, नेवर डू दैट। Even though it's good for you, it's bad for you, does not matter. But you have to come to his pana, because ultimately you just have to accept it sooner or later. फिर कहंदे जदों तुसी अपने आप नूं गुरु महाराज दे अगे अर्पणा कर दिता, अपनी वैल्थ नूं, अपने पोसैशनस नूं, कहंदे अपनी बॉडी नूं, सब कुछ तुसी दे दिता गुरु नूं, फिर तुहानूं काहदा फिकर है? Then why are you worried about your body anymore? Why are you worried about your wealth anymore? Why are you worried about what you do, what you don't do? Because ਤੁਸੀਂ ਤਾਂ ਅਰਪ ਦਿੱਤਾ ਆਪਣੇ ਆਪ ਨੂੰ ਗੁਰੂ ਅੱਗੇ। ਅਰਪਣਾ ਹੁੰਦਾ ਹੈ ਕਿ you surrender to the Guru, you give him everything, you like no horse ਦੀ ਜਿਹੜੀ ਹਨ ਲਗਾਮ ਹੁੰਦੀ ਹੈ ਉਹਦੇ ਮਾਲਕ ਦੇ ਹੱਥ ਵਿੱਚ ਹੁੰਦੀ ਹੈ, ਉਵੇਂ ਫੜਾ ਦਿਓ। ਤੇ ਤੀਜੀ ਗੱਲ ਹੈ, ਦੇਖੋ ਗੁਰੂ ਮਹਾਰਾਜ ਤੁਹਾਨੂੰ ਕੀ ਦਿੰਦਾ, ਤੁਹਾਨੂੰ ਰੀਇਨਕਾਰਨੇਸ਼ਨ, ਜਿਹੜੀ ਚੀਜ਼ ਤੁਹਾਡੇ ਹੱਥੋਂ ਬਾਹਰ ਹੈ ਨਾ ਉਹ ਤੁਹਾਨੂੰ ਬਚਾ ਲਵੇ। 84 ਲੱਖ ਜੂਨਾਂ ਤੁਹਾਡੀਆਂ ਕੱਟ ਦਿੰਦਾ। He gives you liberation। फिर अगे सिख नूं देखो महाराज ने खालसा बनाया, खालसा बना के हुण भी अज आपां अमृत छकदे हां। इक्को ही शर्त हुंदी है ना, आर यू विलिंग टू गिव योर हेड? यू आर विलिंग, देन द पंज पियारे विल गिव यू अमृत। अदरवाइज इक्को ही शर्त है, यू हैव टू गिव योर हेड। तो अपना सिर देना पैना है, तां गुरु दी बख्शिश मिलदी है। देखो ये सारी दुनिया जिहड़ी है खुशियां नूं लभदी फिरदी है, बट दे आर नॉट गेटिंग इट दैट। Even though you have the happiest occasions in your house, say you have weddings, you have birthday parties, लड़ाइयां नहीं होंदियां। End of the day you're not sitting in the corner and crying. Tell me this, हर किसी दे घर च यही हुंदा। मैं तुहानूं लिख के दे दिंदा, तुसीं कोई पार्टी कर लो, कोई विआह कर लो, एक दो बंदे तां रोंदे ही हुंदे किवें ना किवें, पर वो रोंदे कई टॉयलेट च वड़ के रो पैंदे ने, कई कॉर्नरां च चले जांदे ने। हाँ जी, पर हुंदा जरूर आ, ये काम हुंदा जरूर है। कोई ना कोई तो बंदा अपसैट हो ही जाता। देखो जो इन्ने खुशी वाले समय विच दी तुहानूं दुख आ सकता है, तो सुखां दी की आस करी बैठे। सुख तो वो है ना where you let go, letting it go is bringing you happiness। The more you hold things that you cannot hold, like you know you're going to say that I'm going to hold this air around me, वो कहूं तो पागल है, ये हवा तो फड़ के बैठूंगा इत्थे, किवें फड़ लेंगा? इवें ही है जी, तुसीं नहीं फड़ सकते। सो कोशिश भी ना करो, कोशिश वो करो कि गुरु दे पाणी विच आ जाए, गुरु दी खुशी विच अपनी खुशी देख लईए, गुरु दी कीती विच अपनी खुशी देख लईए। सो अगला जिहड़ा अपना एपीसोड है उल्टी कंग, दैट इज एपीसोड 19। सो आपां अगले हफ्ते ये करांगे। तो इन्ना कुछ कहंदियां होइयां भुल्लां चुक्कां दी माफ़ी। वाहिगुरू जी का खालसा, वाहिगुरू जी की फतेह।